ਪਾਵਨ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਸ਼ੁਰੂ ਹੋਈਆਂ, ਬਿਲਕੁਲ ਬਰਗਾੜੀ ਕਾਂਡ ਹੋਇਆ, ਉਸ ਨਾਲ ਕੀ ਹੋਇਆ, ਜੋ ਆਮ ਲੋਕਾਂ ਦਾ, ਆਮ ਪਬਲਿਕ ਦਾ ਧਿਆਨ ਸੀ ਉਹ ਸਾਰਾ ਕਿਸਾਨ ਮੁੱਦਿਆਂ ਤੋਂ ਹਟ ਕੇ ਉਸ ਬਰਗਾੜੀ ਦੀ ਬੇਅਦਬੀ ਕਾਂਡ ਵੱਲ ਹੋ ਗਿਆ। ਬਿਲਕੁਲ, ਪਰ ਗੱਲ ਇਹ ਹੈ ਕਿ ਕਿਸਾਨ ਭੋਲੇ ਭਾਲੇ ਨੇ, ਅਨਪੜ੍ਹ ਨੇ, ਉਹਨਾਂ ਨੂੰ ਇਸ ਚੀਜ਼ ਦੀ ਬਿਲਕੁਲ ਸਮਝ ਨਹੀਂ ਹੈਗੀ ਕਿ ਇੱਕ ਲੀਡਰ ਜਿਹੜਾ ਅੱਗੇ ਲੱਗ ਕੇ ਅੱਜ ਉਹਨਾਂ ਦੇ ਹੱਕਾਂ ਦੀ ਗੱਲ ਕਰ ਰਿਹਾ ਹੈਗਾ ਤੇ ਕੱਲ੍ਹ ਨੂੰ ਕਿਸ ਪੁਆਇੰਟ ਦੇ ਉੱਪਰ ਜਾ ਕੇ ਉਹ ਉਹਨਾਂ ਤੋਂ ਵੱਖ ਹੋ ਜਾਏਗਾ, ਜਾਂ ਉਹਨਾਂ ਦੀਆਂ ਜਿਹੜੀਆਂ ਅੰਦਰੂਨੀ ਗੱਲਾਂ ਹੈਗੀਆਂ ਉਹ ਕਿਸ ਤਰੀਕੇ ਦੇ ਨਾਲ ਉਹਨਾਂ ਚੋਂ ਨਿਕਲ ਕੇ ਉਹਨਾਂ ਨੂੰ ਕਿਸੇ ਪੁਆਇੰਟ ਦੇ ਉੱਪਰ ਵੀਕ ਕਰ ਦੇਗਾ। ਜਾਂ ਅਸੀਂ ਕਹੀਏ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦਾ ਕੋਈ ਵੀ ਬਿਆਨ ਇਸੇ ਸੰਦਰਭ ਦੇ ਵਿੱਚ ਨਹੀਂ ਆਇਆ, ਉਹਨਾਂ ਨੇ ਕੋਈ ਵੀ ਗੱਲ ਨਾ ਕਿਸਾਨਾਂ ਦੇ ਹੱਕ ਦੀ, ਨਾ ਕੇਂਦਰ ਦੇ ਹੱਕ ਦੀ, ਕੁਝ ਵੀ ਨਹੀਂ ਕਿਹਾ ਇਸ ਖੇਤੀ ਆਰਡੀਨੈਂਸਾਂ ਬਾਰੇ। ਪਰ ਪਿਛਲੇ ਦਿਨੀ ਉਹਨਾਂ ਨੇ ਵੀ ਇਸ ਦੇ ਬਾਰੇ ਕੁਝ ਬੋਲਿਆ ਤਾਂ ਗੁਰਵਿੰਦਰ, ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦੀ ਇਸ ਲੰਮੀ ਚੁੱਪ ਦਾ ਕੀ ਕਾਰਨ? ਪੰਜਾਬ ਦੇ ਕਿਸਾਨਾਂ ਨਾਲ ਜਾਂ ਫਿਰ ਪੰਜਾਬ ਦੇ ਮਜ਼ਦੂਰਾਂ ਨਾਲ ਕੋਈ ਹਮਦਰਦੀ ਨਹੀਂ ਹੁੰਦੀ। ਨਵਜੋਤ ਸਿੰਘ ਸਿੱਧੂ ਵੀ ਕੋਈ ਵੱਖ ਨਹੀਂ ਹਨ। ਆਪਾਂ ਉਹਨਾਂ ਦਾ ਇਤਿਹਾਸ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਉਹ ਇੱਕ ਪਾਰਟੀ ਚੋਂ ਦੂਜੀ ਪਾਰਟੀ ਵਿੱਚ, ਜੋ ਵੀ ਪਾਰਟੀ ਪਾਵਰ ਵਿੱਚ ਹੁੰਦੀ ਹੈ, ਜੋ ਵੀ ਪਾਰਟੀ ਸੱਤਾ ਵਿੱਚ ਹੁੰਦੀ ਹੈ, ਉਹਨਾਂ ਦਾ ਰੁਖ ਉਸੇ ਵੱਲ ਹੁੰਦਾ ਹੈ। ਜਿੰਨਾ ਚਿਰ ਆਪਾਂ ਆਪ ਜਾਗਰੂਕ ਨਹੀਂ ਹੋਵਾਂਗੇ, ਜਿੰਨਾ ਚਿਰ ਪੰਜਾਬ ਦਾ ਕਿਸਾਨ ਆਪ ਆਪਣੇ ਹੱਕਾਂ ਲਈ ਮੂਹਰੇ ਆ ਕੇ ਨਹੀਂ ਲੜੇਗਾ, ਇਹ ਪਾਰਟੀਆਂ ਨੂੰ ਕੀ ਚਾਹੀਦਾ ਹੈ, ਜਿੰਨੀਆਂ ਰਾਜਨੀਤਿਕ ਪਾਰਟੀਆਂ ਨੇ, ਇਹਨਾਂ ਨੂੰ ਚਾਹੀਦਾ ਕਿ ਇਹ ਕਿਸਾਨਾਂ ਦੇ ਧਰਨੇ ਵਿੱਚ ਸ਼ਮੂਲੀਅਤ ਕਰਨ, ਨਾ ਕਿ ਆਪਣੇ ਅਲੱਗ ਧਰਨੇ ਲਾਉਣ। ਆਕਾਸ਼ਵਾਣੀ ਚੰਡੀਗੜ੍ਹ। ਕੁਛ ਨਜ਼ਮ ਵਿੱਚ ਇੱਕ ਉਸਤਾਦ ਜੀਟੀ ਰੋਡ FM ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਮਨਦੀਪ ਮਸੌਨ ਵੱਲੋਂ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਜੀ। ਦੋਸਤੋ, ਅੱਜ ਇਸ ਪ੍ਰੋਗਰਾਮ ਹਾਲ ਬਿਹਾਨੀ ਦੇ ਵਿੱਚ ਮੇਰੇ ਨਾਲ ਜੁੜੇ ਹੋਏ ਨੇ ਗੁਰਵਿੰਦਰ ਸਿੰਘ। ਗੁਰਵਿੰਦਰ, ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਜੀ। ਸਾਰੇ ਹੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤਾਂ ਅਸੀਂ ਦੇਖ ਰਹੇ ਹਾਂ ਕਿ ਪਿਛਲੇ 3 ਮਹੀਨੇ ਤੋਂ ਪੰਜਾਬ ਦਾ ਜਿਹੜਾ ਮਾਹੌਲ ਹੈ ਬਹੁਤ ਹੀ ਗਰਮਾਇਆ ਹੋਇਆ, ਰੋਸ ਮੁਜ਼ਾਹਰੇ ਹੋ ਰਹੇ ਨੇ, ਸੜਕਾਂ ਦੇ ਉੱਪਰ ਜਿਹੜੇ ਹੈਗੇ ਕਿਸਾਨਾਂ ਨੇ ਸੜਕਾਂ ਰੋਕ ਰੱਖੀਆਂ, ਰੇਲ ਰੋਕੋ ਅੰਦੋਲਨ ਚੱਲ ਰਿਹਾ, ਟੋਲ ਪਲਾਜ਼ਾ ਤੇ ਕਬਜ਼ੇ ਕਰ ਲਏ, ਕਿਸਾਨ ਜਥੇਬੰਦੀਆਂ ਅੱਗੇ ਆਈਆਂ, ਬਹੁਤ ਸਾਰੀਆਂ ਹੋਰ ਵੀ ਰਾਜਨੀਤਿਕ ਪਾਰਟੀਆਂ ਜਿਹੜੀਆਂ ਅੱਗੇ ਆ ਚੁੱਕੀਆਂ ਹੈਗੀਆਂ। ਹੁਣ ਗੱਲ ਹੈ ਕਿ ਇਹ ਜੋ ਸੰਘਰਸ਼ ਹੈਗਾ, ਇਹ 3 ਆਰਡੀਨੈਂਸ ਜੋ ਸਰਕਾਰ ਨੇ ਖੇਤੀ ਆਰਡੀਨੈਂਸ ਪਾਸ ਕੀਤੇ ਹੈਗੇ ਆ, ਉਹਨਾਂ ਨੂੰ ਲੈ ਕੇ ਹੋ ਰਿਹਾ, ਕਿਸਾਨ ਕਹਿ ਰਹੇ ਕਿ ਇਹ ਸਾਡੇ ਹੱਕ ਵਿੱਚ ਨਹੀਂ ਹੈਗਾ। ਪਰ ਜਿਹੜਾ ਇਹ ਸੰਘਰਸ਼ ਗੁਰਵਿੰਦਰ ਹੋ ਰਿਹਾ ਹੈ, ਤਾਂ ਇਸ ਸੰਘਰਸ਼ ਦਾ ਅਗਲਾ ਮੋੜ ਕੀ ਹੋਏਗਾ ਇਹ ਤਾਂ ਅਸੀਂ ਨਹੀਂ ਜਾਣਦੇ। ਪਰ ਜੇਕਰ ਅਸੀਂ ਗੱਲ ਕਰੀਏ ਕਿ ਇਸ ਸੰਘਰਸ਼ ਦੇ ਵਿੱਚ ਜੋ ਵੀ ਪਾਰਟੀਆਂ, ਜੋ ਕਲਾਕਾਰ ਇਹਦੇ ਵਿੱਚ ਸਮੂਲੀਅਤ ਕਰ ਰਹੀ ਹੈਗੀ ਹੈ, ਤਾਂ ਉਹਨਾਂ ਬਾਰੇ ਅਸੀਂ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਪੱਖ ਹੈਗਾ, ਕਿ ਵਾਕਈ ਉਹ ਇਹਨਾਂ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਹੈਗੇ। ਜੀ ਬਿਲਕੁਲ ਮਨਦੀਪ ਜੀ, ਜਿਵੇਂ ਤੁਸੀਂ ਦੱਸਿਆ ਕਿ ਕਈ ਰਾਜਨੀਤਿਕ ਦਲਾਂ ਨੇ, ਕਈ ਗੀਤਕਾਰਾਂ ਨੇ, ਕਈ ਐਕਟਰਾਂ ਨੇ ਇਸ ਸੰਘਰਸ਼ ਵਿੱਚ ਸ਼ਮੂਲੀਅਤ ਕੀਤੀ ਹੈ ਜੀ। ਹੁਣ ਕਿਸਾਨਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਹ ਜੋ ਵੀ ਰਾਜਨੀਤਿਕ ਦਲ, ਜੋ ਵੀ ਆਗੂ ਅੱਗੇ ਆਏ ਹਨ, ਉਹਨਾਂ ਦਾ ਅਸਲੀ ਮਕਸਦ ਕੀ ਹੈ, ਕੀ ਉਹ ਅਸਲ ਵਿੱਚ ਕਿਸਾਨਾਂ ਦੇ ਦਰਦ ਨੂੰ ਸਮਝ ਪਾ ਰਹੇ ਹਨ, ਜਾਂ ਫਿਰ ਉਹਨਾਂ ਦਾ ਮਕਸਦ ਕੋਈ ਨਿੱਜੀ ਪ੍ਰਚਾਰ ਕਰਨਾ ਹੈ। ਜਿਵੇਂ ਕਿ ਆਪਾਂ ਦੇਖ ਰਹੇ ਹਾਂ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਜਗ੍ਹਾ ਤੇ ਧਰਨੇ ਲਗਾਏ ਜਾ ਰਹੇ ਹਨ, ਜਗ੍ਹਾ ਤੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ, ਪਰ ਕੁਝ ਰਾਜਨੀਤਿਕ ਪਾਰਟੀਆਂ ਵੱਲੋਂ ਜਾਂ ਕੁਝ ਗੀਤਕਾਰਾਂ ਵੱਲੋਂ ਇਹਨਾਂ ਧਰਨਿਆਂ ਨੂੰ ਨਿੱਜੀਕਰਨ ਕੀਤਾ ਜਾ ਰਿਹਾ ਹੈ। ਆਪਾਂ ਦੇਖਿਆ ਕਿ ਪਿਛਲੇ ਦਿਨੀ ਭਾਜਪਾ ਨੇ ਚੰਡੀਗੜ੍ਹ ਵਿੱਚ ਇੱਕ ਇਹਨਾਂ ਆਰਡੀਨੈਂਸਾਂ ਦੇ ਹੱਕ ਵਿੱਚ ਰੈਲੀ ਕੀਤੀ ਜੀ। ਉਸ ਤੋਂ ਬਾਅਦ ਭਾਜਪਾ ਦੇ ਵਿਰੋਧ ਵਿੱਚ ਰਾਹੁਲ ਗਾਂਧੀ ਵੀ ਪੰਜਾਬ ਆਏ, ਉਹਨਾਂ ਨੇ ਰੈਲੀ ਕੀਤੀ, ਅਕਾਲੀ ਦਲ ਨੇ ਵੀ ਲਗਾਤਾਰ ਰੈਲੀਆਂ ਕੀਤੀਆਂ। ਇਹਦੇ ਨਾਲ ਕੀ ਹੋ ਰਿਹਾ ਹੈ ਕਿ ਜੋ 2022 ਦੀਆਂ ਚੋਣਾਂ ਹਨ ਪੰਜਾਬ ਵਿਧਾਨ ਸਭਾ ਦੀਆਂ, ਉਹਨਾਂ ਨੂੰ ਮੁੱਖ ਰੱਖਦੇ ਹੋਏ ਇੱਕ ਬੈਟਲ ਗਰਾਊਂਡ ਤਿਆਰ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਵਰਤ ਕੇ ਕਿਸ ਤਰ੍ਹਾਂ ਅਸੀਂ 2022 ਵਿੱਚ ਸੱਤਾ ਹਾਸਲ ਕਰਨੀ ਹੈ। ਜੀ ਬਿਲਕੁਲ ਗੁਰਵਿੰਦਰ, ਤੁਸੀਂ ਕਿਹਾ ਕਿ ਜਿਹੜਾ ਇਹ ਰਾਜਨੀਤਿਕ ਪਾਰਟੀਆਂ ਦਾ ਇੱਕ ਪੱਖ ਨਜ਼ਰ ਆ ਰਿਹਾ ਸਾਨੂੰ ਕਿ ਉਹਨਾਂ ਦਾ ਮੇਨ ਮੋਟਿਵ ਜਿਹੜਾ ਇਹਦੇ ਵਿੱਚ ਲੁਕਿਆ ਹੋਇਆ 2022 ਦਾ ਆਪਣਾ ਵੋਟ ਬੈਂਕ ਨੂੰ, ਉਸ ਨੂੰ ਮਜ਼ਬੂਤ ਕਰਨਾ ਹੈਗਾ। ਪਰ ਜੇਕਰ ਅਸੀਂ ਗੱਲ ਕਰੀਏ ਕਿ ਜਿਹੜੇ ਮੌਜੂਦਾ ਹਾਲਾਤ ਬਣੇ ਹੋਏ ਆ ਗੁਰਵਿੰਦਰ, ਅੱਜ ਦੇ ਅਸੀਂ ਨਿਊਜ਼ਪੇਪਰ ਦੀ ਹੈਡਲਾਈਨਸ ਦੀ ਅਗਰ ਅਸੀਂ ਗੱਲ ਕਰੀਏ ਤਾਂ ਉਸ ਦੇ ਵਿੱਚ ਇੱਕ ਪੰਜਾਬ ਭਾਜਪਾ ਆਗੂ ਅਸ਼ਵਨੀ ਸ਼ਰਮਾ ਦੇ ਉੱਪਰ ਜਿਹੜਾ ਹੈਗਾ ਹਮਲਾ ਕੀਤਾ ਗਿਆ। ਹੁਣ ਇਹੋ ਜਿਹੀਆਂ ਗੱਲਾਂ ਮੈਨੂੰ ਲੱਗਦਾ ਸਾਨੂੰ ਰੋਜ਼ ਸੁਣਨ ਨੂੰ ਮਿਲ ਰਹੀਆਂ। ਕਿਤੇ ਕੋਈ ਸਾਨੂੰ ਲੱਗਦਾ ਕਿ ਕਿਸੇ ਪਾਵਨ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਹੈਗੀ ਉਸ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆ ਰਿਹਾ, ਤੇ ਅੱਜ ਦੀ ਇਹ ਨਿਊਜ਼ ਹੈਡਲਾਈਨ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਇਹ ਸਭ ਕੁਝ ਜਿਹੜਾ ਹੈਗਾ ਕਿਸਾਨਾਂ ਦਾ ਧਿਆਨ ਭਟਕਾਉਣ ਵਾਸਤੇ, ਜਾਂ ਇਹ ਜੋ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹੈ ਉਹਨਾਂ ਨੂੰ ਠੰਡਾ ਕਰਨ ਵਾਸਤੇ, ਜਨਤਾ ਦਾ ਧਿਆਨ ਦੂਸਰੇ ਪਾਸੇ ਲਗਾਉਣ ਦਾ ਇੱਕ ਜਿਹੜਾ ਤਰੀਕਾ ਇਸ ਨੂੰ ਬਣਾਇਆ ਜਾ ਰਿਹਾ?
ਜੀ ਬਿਲਕੁਲ ਮਨਦੀਪ ਜੀ, ਜਿਵੇਂ ਕਿ ਇਸ ਲਈ ਆਪਾਂ ਨੂੰ ਥੋੜਾ ਜਿਹਾ ਇਤਿਹਾਸ ਵੱਲ ਰੁਖ ਕਰਨਾ ਪਵੇਗਾ। 2015 ਦੇ ਵਿੱਚ ਵੀ ਕਿਸਾਨਾਂ ਵੱਲੋਂ ਜਗ੍ਹਾ ਜਗ੍ਹਾ ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਉਦੋਂ ਦੀ ਮੌਜੂਦਾ ਸਰਕਾਰ ਨੇ ਕੀ ਕਰਾਇਆ, ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਸ਼ੁਰੂ ਹੋਈਆਂ, ਬਿਲਕੁਲ ਬਰਗਾੜੀ ਕਾਂਡ ਹੋਇਆ। ਉਸ ਨਾਲ ਕੀ ਹੋਇਆ, ਜੋ ਆਮ ਲੋਕਾਂ ਦਾ, ਆਮ ਪਬਲਿਕ ਦਾ ਧਿਆਨ ਸੀ ਉਹ ਸਾਰਾ ਕਿਸਾਨ ਮੁੱਦਿਆਂ ਤੋਂ ਹਟ ਕੇ ਉਸ ਬਰਗਾੜੀ ਦੀ ਬੇਅਦਬੀ ਕਾਂਡ ਵੱਲ ਹੋ ਗਿਆ। ਬਿਲਕੁਲ ਇਹ ਇੱਕ ਡਾਈਵਰਸਿਫਾਈ ਕਰਨ ਦੇ ਲਈ ਬਹੁਤ ਹੀ ਗੁੱਝੀ ਸਾਜ਼ਿਸ਼ ਕਰਦੀਆਂ ਹਨ ਸਰਕਾਰਾਂ। ਹੁਣ ਫਿਰ ਕੀ ਕੀਤਾ ਜਾ ਰਿਹਾ ਹੈ, ਕਿਉਂਕਿ ਇਹ ਆਪਣੀ ਚਰਮ ਸੀਮਾ ਤੇ ਸੀਗਾ, ਕਿਸਾਨ ਦਾ ਜੋ ਸੰਘਰਸ਼ ਸੀ ਇਹ ਪੂਰੇ ਆਪਣੇ ਚਰਮ ਸੀਮਾ ਤੇ ਸੀਗਾ ਤੇ ਇਹਨਾਂ ਨੂੰ ਇਹ ਡਰ ਸੀਗਾ ਕਿ ਹੋ ਸਕਦਾ ਹੈ ਵੀ ਪ੍ਰੈਸ਼ਰ ਨਾਲ ਕੇਂਦਰ ਸਰਕਾਰ ਕਿਤੇ ਆਪਣੇ ਫੈਸਲੇ ਵਾਪਸ ਨਾ ਲੈ ਲੇ ਜਾਂ ਫਿਰ ਕੋਈ ਹੋਰ ਇਦਾਂ ਦਾ ਕਦਮ ਨਾ ਚੱਕਣਾ ਪਵੇ। ਇਸ ਕਾਰਨ ਇਹ ਕੀ ਕਰ ਰਹੇ ਹਨ, ਇਹ ਜੋ ਧਿਆਨ ਹੈ ਕਿਸਾਨਾਂ ਦਾ, ਜੋ ਆਮ ਲੋਕਾਂ ਦਾ ਧਿਆਨ ਹੈ ਉਹ ਭਟਕਾ ਰਹੇ ਹਨ। ਕਈ ਜਗ੍ਹਾਵਾਂ ਤੇ ਹੁਣ ਭਾਜਪਾ ਦੇ ਆਗੂਆਂ ਤੇ ਹਮਲੇ ਹੋਣਗੇ, ਕਈ ਜਗ੍ਹਾਵਾਂ ਤੋਂ ਆਪਾਂ ਨੂੰ ਇਦਾਂ ਦੀਆਂ ਖਬਰਾਂ ਸੁਣਨ ਨੂੰ ਮਿਲਣਗੀਆਂ ਜਿਸ ਵਿੱਚ ਇਹਨਾਂ ਲੋਕਾਂ ਵੱਲੋਂ ਹਿੰਸਾ ਕੀਤੀ ਜਾਏਗੀ ਅਤੇ ਉਸ ਦਾ ਜੋ ਇਲਜ਼ਾਮ ਹੋਏਗਾ ਉਹ ਕਿਸਾਨਾਂ ਦੇ ਉੱਪਰ ਲਗਾਇਆ ਜਾਏਗਾ, ਤਾਂ ਜੋ ਕਿਸਾਨਾਂ ਦਾ ਇਹ ਸੰਘਰਸ਼ ਹੈ ਉਸ ਨੂੰ ਬਦਨਾਮ ਕੀਤਾ ਜਾ ਸਕੇ, ਇਸ ਸੰਘਰਸ਼ ਨੂੰ ਨਾਕਾਮ ਕੀਤਾ ਜਾ ਸਕੇ। ਕਿਸਾਨਾਂ ਨੂੰ ਬਹੁਤ ਲੋੜ ਹੈ ਕਿ ਉਹ ਬਹੁਤ ਹੀ ਸੰਭਲ ਕੇ, ਸੋਚ ਕੇ ਅਤੇ ਸਮਝ ਕੇ ਇਸ ਸੰਘਰਸ਼ ਨੂੰ ਹੁਣ ਅੱਗੇ ਲੈ ਕੇ ਜਾਣ, ਕਿਉਂਕਿ ਆਪਾਂ ਜਾਣਦੇ ਹਾਂ ਕਿ ਪੰਜਾਬੀਆਂ ਦੀ ਕੌਮ ਵਿੱਚ ਗਦਾਰਾਂ ਦੀ ਕਮੀ ਨਹੀਂ ਹੈ। ਜਿੰਨੇ ਵੀ ਆਪਣੇ ਸੰਘਰਸ਼ ਬੇਫਲ ਹੋਏ ਹਨ ਉਹਨਾਂ ਦੇ ਪਿੱਛੇ ਪੰਜਾਬੀ ਹੀ ਜ਼ਿੰਮੇਵਾਰ ਰਹੇ ਹਨ। ਕੁਝ ਪੰਜਾਬੀ ਆਗੂ ਜੋ ਇਹਨਾਂ ਸੰਘਰਸ਼ਾਂ ਵਿੱਚ ਅੱਗੇ ਆ ਜਾਂਦੇ ਹਨ ਅਤੇ ਬਾਅਦ ਵਿੱਚ ਉਹ ਵਿਕ ਜਾਂਦੇ ਹਨ ਅਤੇ ਉਹਨਾਂ ਕਾਰਨ ਹੀ ਜਿੰਨੇ ਵੀ ਸੰਘਰਸ਼ ਹੋਏ ਹਨ ਉਹ ਫੇਲ ਹੁੰਦੇ ਹਨ। ਬਿਲਕੁਲ, ਜੇਕਰ ਅਸੀਂ ਗੱਲ ਕਰੀਏ ਕਿ ਕਰਪਟ ਸਿਸਟਮ ਜਿਹੜਾ ਹੈ ਉਹ ਹਰ ਇੱਕ ਥਾਂ ਤੇ ਨਜ਼ਰ ਆਉਂਦਾ ਹੈ। ਜੇਕਰ ਤੁਹਾਨੂੰ 100 ਬੰਦੇ ਮਿਲਦੇ ਆ ਤਾਂ ਉਹਨਾਂ ਦੇ ਵਿੱਚੋਂ 20 ਜਾਂ 10 ਇਨਸਾਨ ਇਹੋ ਜਿਹੇ ਹੋਣਗੇ ਜੋ ਕਿਸੇ ਨਾ ਕਿਸੇ ਪੁਆਇੰਟ ਦੇ ਉੱਪਰ ਆ ਕੇ ਆਪਣੇ ਜਿਹੜੇ ਅਸੂਲ ਆ ਉਹ ਛੱਡ ਦਿੰਦੇ ਹੈਗੇ, ਚਾਹੇ ਕਹਿ ਲਓ ਜੀ ਕਿਸੇ ਮਜਬੂਰੀ ਕਰਕੇ ਤੇ ਚਾਹੇ ਅਸੀਂ ਕਹਿ ਦਈਏ ਕਿ ਜਿਸ ਤਰੀਕੇ ਨਾਲ ਗੁਰਵਿੰਦਰ ਜੀ ਨੇ ਕਿਹਾ ਵੀ ਉਹ ਵਿਕ ਜਾਂਦੇ ਹੈਗੇ। ਪਰ ਗੱਲ ਇਹ ਹੈ ਕਿ ਕਿਸਾਨ ਭੋਲੇ ਭਾਲੇ ਨੇ, ਅਨਪੜ੍ਹ ਨੇ, ਉਹਨਾਂ ਨੂੰ ਇਸ ਚੀਜ਼ ਦੀ ਬਿਲਕੁਲ ਸਮਝ ਨਹੀਂ ਹੈਗੀ ਕਿ ਇੱਕ ਲੀਡਰ ਜਿਹੜਾ ਅੱਗੇ ਲੱਗ ਕੇ ਅੱਜ ਉਹਨਾਂ ਦੇ ਹੱਕਾਂ ਦੀ ਗੱਲ ਕਰ ਰਿਹਾ ਹੈਗਾ ਤੇ ਕੱਲ੍ਹ ਨੂੰ ਕਿਸ ਪੁਆਇੰਟ ਦੇ ਉੱਪਰ ਜਾ ਕੇ ਉਹ ਉਹਨਾਂ ਤੋਂ ਵੱਖ ਹੋ ਜਾਏਗਾ ਜਾਂ ਉਹਨਾਂ ਦੀਆਂ ਜਿਹੜੀਆਂ ਅੰਦਰੂਨੀ ਗੱਲਾਂ ਹੈਗੀਆਂ ਉਹ ਕਿਸ ਤਰੀਕੇ ਦੇ ਨਾਲ ਉਹਨਾਂ ਚੋਂ ਨਿਕਲ ਕੇ ਉਹਨਾਂ ਨੂੰ ਕਿਸੇ ਪੁਆਇੰਟ ਦੇ ਉੱਪਰ ਵੀਕ ਕਰ ਦੇਗਾ, ਹੈ ਨਾ। ਤੇ ਜੇਕਰ ਗੱਲ ਕਰਦੇ ਹਾਂ ਕਿ ਆਪਾਂ ਤੁਸੀਂ ਜਿਸ ਤਰੀਕੇ ਨਾਲ ਪਹਿਲਾਂ ਕਿਹਾ ਕਿ ਰਾਜਨੀਤਿਕ ਜਿਹੜੀਆਂ ਪਾਰਟੀਆਂ ਹੈਗੀਆਂ ਉਹ ਆਪਣਾ ਵੋਟ ਬੈਂਕ ਬਟੋਰਨ ਦੇ ਲਈ ਕਿਸਾਨਾਂ ਦੇ ਨਾਲ ਆ ਖੜੀਆਂ ਹੋਈਆਂ, ਪਰ ਇਹੋ ਜਿਹੀ ਜਿਹੜੀ ਰਾਜਨੀਤੀ ਹੈਗੀ ਹੈ, ਜੇਕਰ ਅਸੀਂ ਗੱਲ ਕਰੀਏ ਕਿ ਕੁਝ ਕੁ ਪਾਰਟੀਆਂ ਇਹੋ ਜਿਹੀਆਂ ਵੀ ਹੈ ਜਿਨ੍ਹਾਂ ਦੇ ਉੱਪਰ ਲੋਕਾਂ ਨੂੰ ਵਿਸ਼ਵਾਸ ਵੀ ਸੀ। ਜੇਕਰ ਅਸੀਂ ਗੱਲ ਕਰੀਏ ਕਿ ਕਾਫੀ ਲੰਮੇ ਸਮੇਂ ਤੋਂ ਇੱਕ ਬਾਰ-ਬਾਰ ਇੱਕ ਚੀਜ਼ ਨਜ਼ਰ ਆ ਰਹੀ ਹੈ ਕਿ ਲੋਕਾਂ ਦਾ ਵਿਸ਼ਵਾਸ, ਲੋਕੀ ਕਹਿ ਰਹੇ ਸੀ ਕਿ ਆਮ ਆਦਮੀ ਪਾਰਟੀ ਦਾ ਜਾਂ ਅਸੀਂ ਕਹੀਏ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦਾ ਕੋਈ ਵੀ ਬਿਆਨ ਇਸੇ ਸੰਦਰਭ ਦੇ ਵਿੱਚ ਨਹੀਂ ਆਇਆ। ਉਹਨਾਂ ਨੇ ਕੋਈ ਵੀ ਗੱਲ ਨਾ ਕਿਸਾਨਾਂ ਦੇ ਹੱਕ ਦੀ, ਨਾ ਕੇਂਦਰ ਦੇ ਹੱਕ ਦੀ, ਕੁਝ ਵੀ ਨਹੀਂ ਕਿਹਾ ਇਸ ਖੇਤੀ ਆਰਡੀਨੈਂਸਾਂ ਬਾਰੇ। ਪਰ ਪਿਛਲੇ ਦਿਨੀ ਉਹਨਾਂ ਨੇ ਵੀ ਇਸੇ ਬਾਰੇ ਕੁਝ ਬੋਲਿਆ। ਤਾਂ ਗੁਰਵਿੰਦਰ, ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦੀ ਇਸ ਲੰਮੀ ਚੁੱਪ ਦਾ ਕੀ ਕਾਰਨ ਸੀ, ਜਾਂ ਹੁਣ ਕਹੀਏ ਵੀ ਜੇ ਉਹ ਹੁਣ ਬੋਲੇ ਹੈ ਤਾਂ ਉਹਦਾ ਕੀ ਕਾਰਨ ਹੋ ਸਕਦਾ? ਜਿਵੇਂ ਮੈਂ ਪਹਿਲਾਂ ਕਿਹਾ ਮਨਦੀਪ ਜੀ, ਇਹ ਸਭ ਪਬਲਿਕ ਸਟੰਟ ਹਨ, ਪਬਲਿਸਿਟੀ ਸਟੰਟ ਹਨ। ਇਹਨਾਂ ਦਾ ਮੇਨ ਮਕਸਦ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਹੀ ਹਨ। ਜਿਵੇਂ ਆਪਾਂ ਜਾਣਦੇ ਹਾਂ ਕਿ ਜੂਨ 2020 ਤੋਂ ਇਹ 3 ਆਰਡੀਨੈਂਸ ਸਰਕਾਰ ਲੈ ਕੇ ਆਈ ਸੀ। ਉਦੋਂ ਤੋਂ ਹੀ ਪੰਜਾਬ ਵਿੱਚ ਅਤੇ ਪੂਰੇ ਵਿਸ਼ਵ ਵਿੱਚ ਇਹਨਾਂ ਦਾ ਵਿਰੋਧ ਚੱਲ ਰਿਹਾ ਸੀ, ਪਰ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਇਸ ਮੁੱਦੇ ਉੱਤੇ ਬਿਲਕੁਲ ਚੁੱਪ ਸਨ। ਪੰਜਾਬ ਦੇ ਆਮ ਆਦਮੀ ਪਾਰਟੀ ਦੇ ਕੁਝ ਆਗੂ ਬਹੁਤ ਐਕਟਿਵ ਹੋ ਕੇ ਇਸ ਸੰਘਰਸ਼ ਵਿੱਚ ਜੁੜੇ ਸਨ, ਚਾਹੇ ਉਹ ਭਗਵੰਤ ਮਾਨ ਹੋਣ, ਚਾਹੇ ਉਹ ਬਲਜਿੰਦਰ ਕੌਰ ਜੀ ਹੋਣ ਜਾਂ ਫਿਰ ਹੋਰ ਆਗੂ ਹੋਣ। ਪਰ ਜਦੋਂ ਆਪਾਂ ਕੇਜਰੀਵਾਲ ਦੀ ਗੱਲ ਕਰਦੇ ਹਾਂ ਤਾਂ ਉਹ ਦਿੱਲੀ ਦੇ ਵਿੱਚ ਬੈਠੇ ਹਨ, ਉਹਨਾਂ ਦੇ ਕੰਟਰੋਲ ਵਿੱਚ ਬਹੁਤ ਚੀਜ਼ਾਂ ਹਨ, ਉਹ ਬਹੁਤ ਕੁਝ ਕਰ ਸਕਦੇ ਸੀ, ਪਰ ਉਹ ਚੁੱਪ ਰਹੇ। ਉਹਨਾਂ ਨੇ ਜਿੰਨਾ ਚਿਰ ਇਹ ਕਾਨੂੰਨ ਨਹੀਂ ਬਣ ਗਿਆ ਉਹਨਾਂ ਨੇ ਆਪਣੀ ਕੋਈ ਵੀ ਬਿਆਨਬਾਜ਼ੀ ਨਹੀਂ ਕੀਤੀ ਜਾਂ ਫਿਰ ਕੋਈ ਵੀ ਟਿੱਪਣੀ ਨਹੀਂ ਕੀਤੀ ਕਿ ਇਹ ਬਿੱਲ ਕਿਸਾਨਾਂ ਦੇ ਹੱਕ ਵਿੱਚ ਹਨ ਜਾਂ ਕਿਸਾਨਾਂ ਦੇ ਵਿਰੋਧ ਵਿੱਚ ਹਨ। ਪਰ ਹੁਣ ਜਦੋਂ ਪਿਛਲੇ ਕੁਝ ਦਿਨਾਂ ਤੋਂ ਆਪਾਂ ਦੇਖ ਰਹੇ ਸੀ ਕਿ ਪੰਜਾਬ ਦੇ ਜਾਗਰੂਕ ਲੋਕ ਸੋਸ਼ਲ ਮੀਡੀਆ ਤੇ ਲਗਾਤਾਰ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਭੰਡ ਰਹੇ ਸਨ ਕਿ ਕਿਉਂ ਨਹੀਂ ਕੇਜਰੀਵਾਲ ਇਸ ਮੁੱਦੇ ਤੇ ਬੋਲ ਰਹੇ, ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਲੋਕਾਂ ਦੇ ਹੀ ਪ੍ਰੈਸ਼ਰ ਹੇਠ ਆ ਕੇ ਇਹਨਾਂ ਨੇ ਇਹ ਬਿਆਨਬਾਜ਼ੀ ਕੀਤੀ ਹੈ। ਇਹਨਾਂ ਨੂੰ ਪਤਾ ਹੈ ਕਿ ਇਸ ਬਿਆਨਬਾਜ਼ੀ ਨਾਲ ਹੋਰ ਤਾਂ ਕੁਝ ਹਾਸਿਲ ਹੋਣ ਵਾਲਾ ਨਹੀਂ, ਪਰ ਜੋ ਇਹ ਕਰ ਸਕਦੇ ਹਨ, ਜੋ ਆਉਣ ਵਾਲੀਆਂ ਚੋਣਾਂ ਹਨ ਪੰਜਾਬ ਦੀਆਂ 2022 ਦੀਆਂ, ਉਸ ਵਿੱਚ ਇਹ ਆਮ ਆਦਮੀ ਪਾਰਟੀ ਦਾ ਇੱਕ ਸਟੈਂਡ ਮੁਕੰਮਲ ਕਰ ਸਕਦੇ ਹਨ ਕਿ ਹਾਂਜੀ ਅਸੀਂ ਕਿਸਾਨਾਂ ਦੇ ਨਾਲ ਖੜੇ ਸੀ, ਅਸੀਂ ਕਿਸਾਨਾਂ ਦੇ ਹੱਕ ਵਿੱਚ ਬਿਆਨਬਾਜ਼ੀ ਕੀਤੀ ਤੇ ਅਸੀਂ ਕਿਸਾਨਾਂ ਦੇ ਸਾਥ ਦਿੰਦੇ ਆਏ ਹਾਂ। ਯਾਨੀ ਕਿ ਅਸੀਂ ਗੱਲ ਕਰੀਏ ਕਿ ਜਿਸ ਤਰ੍ਹਾਂ ਰਾਜਨੀਤਿਕ ਪਾਰਟੀਆਂ ਦਾ ਇੱਕ ਮੇਨ ਮੋਟਿਵ ਜਿਹੜਾ ਸਿਰਫ ਆਪਣਾ ਵੋਟ ਬੈਂਕ ਹੀ ਬਣਿਆ ਹੋਇਆ, ਉਸ ਦੇ ਮੱਦੇ ਨਜ਼ਰ ਹੀ ਆਮ ਆਦਮੀ ਪਾਰਟੀ ਦੇ ਆਗੂ ਜਾਂ ਅਸੀਂ ਕਹੀਏ ਕਿ
ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਜੀ ਨੇ ਆਪਣਾ ਬਿਆਨ ਜੋ ਇਸ ਦੇ ਲਈ ਦਿੱਤਾ ਹੈਗਾ, ਹੁਣ ਇਹ ਅਸੀਂ ਨਹੀਂ ਜਾਣਦੇ ਕਿ ਵਾਕਿਆ ਹੀ ਕੌਣ ਕਿਹੜੀ ਪਾਰਟੀ ਕਿਸਾਨਾਂ ਦੇ ਹੱਕ ਵਿੱਚ ਹੈ ਜਾਂ ਨਹੀਂ ਹੈ, ਜਦੋਂ ਕਿ ਕਿਸਾਨ ਜਿਹੜੇ ਹੈਗੇ ਆ ਪਹਿਲਾਂ ਹੀ ਇਸ ਚੀਜ਼ ਨੂੰ ਨਕਾਰ ਚੁੱਕੇ ਕਿ ਉਹਨਾਂ ਨੂੰ ਕਿਸੇ ਰਾਜਨੀਤਿਕ ਪਾਰਟੀ ਦੀ ਲੋੜ ਨਹੀਂ ਹੈਗੀ, ਉਹਨਾਂ ਨੂੰ ਕਿਸੇ ਸਿਆਸੀ ਆਗੂ ਦੀ ਜ਼ਰੂਰਤ ਨਹੀਂ ਹੈਗੀ, ਉਹ ਆਪਣਾ ਸੰਘਰਸ਼ ਆਪਣੇ ਦਮ ਦੇ ਉੱਪਰ ਕਰ ਸਕਦੇ ਆ। ਪਰ ਇਸੇ ਵਿੱਚ ਫਿਰ ਵੀ ਅਸੀਂ ਗੱਲ ਕਰੀਏ ਤਾਂ ਬਹੁਤ ਸਾਰੇ ਚਿਹਰੇ ਜਿਹੜੇ ਹੈਗੇ ਗੁਰਵਿੰਦਰ ਨਜ਼ਰ ਆ ਰਹੇ ਆ। ਨਵਜੋਤ ਸਿੰਘ ਸਿੱਧੂ ਦਾ ਨਾਮ ਬਾਰ-ਬਾਰ ਨਜ਼ਰ ਆ ਰਿਹਾ ਹੈਗਾ, ਤਾਂ ਨਵਜੋਤ ਸਿੰਘ ਸਿੱਧੂ ਨੇ ਵੀ ਹਜੇ ਤੱਕ ਕੋਈ ਐਦਾਂ ਦਾ ਪੁਆਇੰਟ ਆਫ ਵਿਊ ਆਪਣਾ ਨਹੀਂ ਦਿੱਤਾ ਸੀ ਕਿ ਉਹ ਕਿਸ ਦੇ ਹੱਕ ਵਿੱਚ ਹੈ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਉਹ ਕਿਹੜੀ ਪਾਰਟੀ ਦੇ ਵਿੱਚ ਜਾਣਗੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿਹਦੇ ਨਾਲ ਖੜੇ ਆ। ਤਾਂ ਇਹ ਇੱਕ ਬਹੁਤ ਵੱਡਾ ਮੁੱਦਾ ਜਿਹੜਾ ਨਜ਼ਰ ਆ ਰਿਹਾ ਸੀਗਾ ਸਾਨੂੰ। ਤਾਂ ਤੁਹਾਨੂੰ ਕੀ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਵੀ ਉਸੇ ਤਰੀਕੇ ਨਾਲ ਇੱਕ ਵੋਟ ਬੈਂਕ ਜਾਂ ਅਸੀਂ ਕਹੀਏ ਕਿ ਪੰਜਾਬ ਦੇ ਹੋਣ ਦੇ ਬਾਵਜੂਦ ਵੀ ਇਹ ਸਾਡੇ ਲੀਡਰ ਸਾਡੀ ਆਪਣੀ ਪੰਜਾਬੀਅਤ ਤੇ ਆਪਣੀ ਕਿਰਸਾਨੀ ਨੂੰ ਭੁੱਲਦੇ ਜਾ ਰਹੇ ਹੈ? ਜੀ ਬਿਲਕੁਲ ਮਨਦੀਪ ਜੀ, ਜਿਵੇਂ ਆਪਾਂ ਦੇਖਿਆ ਕਿ ਪਿਛਲੇ 70 ਸਾਲਾਂ ਤੋਂ ਹੀ ਪੰਜਾਬ ਨਾਲ ਇਹ ਵਿਤਕਰਾ ਕਰਦੇ ਆਏ ਹਨ। ਇਹਨਾਂ ਦਾ ਮਕਸਦ ਸਿਰਫ ਕੁਰਸੀ ਹਾਸਲ ਕਰਨਾ ਹੁੰਦਾ ਹੈ। ਇਹਨਾਂ ਨੂੰ ਪੰਜਾਬ ਦੇ ਲੋਕਾਂ ਨਾਲ, ਪੰਜਾਬ ਦੇ ਕਿਸਾਨਾਂ ਨਾਲ ਜਾਂ ਫਿਰ ਪੰਜਾਬ ਦੇ ਮਜ਼ਦੂਰਾਂ ਨਾਲ ਕੋਈ ਹਮਦਰਦੀ ਨਹੀਂ ਹੁੰਦੀ। ਨਵਜੋਤ ਸਿੰਘ ਸਿੱਧੂ ਵੀ ਕੋਈ ਵੱਖ ਨਹੀਂ ਹਨ। ਆਪਾਂ ਉਹਨਾਂ ਦਾ ਇਤਿਹਾਸ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਉਹ ਇੱਕ ਪਾਰਟੀ ਚੋਂ ਦੂਜੀ ਪਾਰਟੀ ਵਿੱਚ, ਜੋ ਵੀ ਪਾਰਟੀ ਪਾਵਰ ਵਿੱਚ ਹੁੰਦੀ ਹੈ, ਜੋ ਵੀ ਪਾਰਟੀ ਸੱਤਾ ਵਿੱਚ ਹੁੰਦੀ ਹੈ, ਉਹਨਾਂ ਦਾ ਰੁਖ ਉਸੇ ਵੱਲ ਹੁੰਦਾ ਹੈ। ਹੁਣ ਫਿਰ ਨਵਜੋਤ ਸਿੰਘ ਸਿੱਧੂ ਬਹੁਤ ਚਰਚਾ ਦਾ ਵਿਸ਼ਾ ਬਣੇ ਹੋਏ ਸਨ। ਲਗਾਤਾਰ ਕਿਆਸਾਵਾਂ ਲਾਈਆਂ ਜਾ ਰਹੀਆਂ ਸਨ ਕਿ ਹੋ ਸਕਦਾ ਹੈ ਨਵਜੋਤ ਸਿੰਘ ਸਿੱਧੂ ਕਿਸਾਨਾਂ ਲਈ ਇੱਕ ਚੰਗੇ ਉਮੀਦਵਾਰ ਬਣ ਕੇ ਸਾਹਮਣੇ ਆਉਣਗੇ, ਹੋ ਸਕਦਾ ਹੈ ਕਿ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਨਗੇ। ਤੇ ਕੁਝ ਕੁ ਦਿਨਾਂ ਲਈ ਕੁਝ ਕੁ ਵੀਡੀਓਜ਼ ਪਾ ਕੇ ਉਹਨਾਂ ਨੇ ਕੀਤਾ ਵੀ, ਉਹਨਾਂ ਨੇ ਕਿਸਾਨਾਂ ਦੇ ਹੱਕਾਂ ਵਿੱਚ ਭਾਸ਼ਣ ਦਿੱਤੇ। ਪਰ ਜਦੋਂ ਹਾਈ ਕਮਾਂਡ ਕਾਂਗਰਸ ਦੀ ਰਾਹੁਲ ਗਾਂਧੀ ਆਏ ਪੰਜਾਬ ਦੇ ਵਿੱਚ, ਤਾਂ ਉਹਨਾਂ ਦਾ ਵੀ ਇੱਕ ਰੁਖ ਦੇਖਣ ਨੂੰ ਮਿਲਿਆ ਕਿ ਉਹ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਕਾਂਗਰਸ ਨਾਲ ਜਿਹੜੀ ਅਣਬਣ ਬਣੀ ਹੋਈ ਹੈ ਉਸ ਦੇ ਖਿਲਾਫ ਉਹਨਾਂ ਦਾ ਭਾਸ਼ਣ ਆਇਆ। ਉਹਨਾਂ ਦਾ ਮੇਨ ਮਕਸਦ ਸਿਰਫ ਪੰਜਾਬ ਕਾਂਗਰਸ ਪ੍ਰਧਾਨ ਬਣਨ ਦਾ ਹੈ ਜਾਂ ਫਿਰ ਅਗਲੇ ਮੁੱਖ ਮੰਤਰੀ ਬਣਨ ਦਾ ਹੈ। ਉਹ ਸਿਰਫ ਬਾਕੀ ਪਾਰਟੀਆਂ ਦੇ ਤਰ੍ਹਾਂ ਹੀ ਉਹ ਸਿਰਫ ਕਿਸਾਨਾਂ ਨੂੰ ਵਰਤ ਕੇ ਸਿਆਸਤ ਵਿੱਚ ਆਉਣਾ ਚਾਹੁੰਦੇ ਹਨ, ਸੱਤਾ ਵਿੱਚ ਆਉਣਾ ਚਾਹੁੰਦੇ ਹਨ। ਬਿਲਕੁਲ ਗੁਰਵਿੰਦਰ, ਇੱਥੋਂ ਤੁਹਾਡੀਆਂ ਗੱਲਾਂ ਤੋਂ ਮੈਨੂੰ ਇੱਕ ਗੱਲ ਯਾਦ ਆਈ ਕਿ ਜਦੋਂ ਨਵਜੋਤ ਸਿੰਘ ਸਿੱਧੂ ਪਹਿਲਾਂ ਅਸੀਂ ਗੱਲ ਕਰੀਏ ਕਿ ਭਾਜਪਾ ਦੀ ਸਰਕਾਰ ਆਈ, ਜਦੋਂ ਉਸ ਦੇ ਵਿੱਚ ਉਹਨਾਂ ਨੇ ਅਕਾਲੀਆਂ ਦੇ ਵਿੱਚ ਉਹ ਸ਼ਾਮਿਲ ਸਨ, ਉਸ ਸਮੇਂ ਦਾ ਜਿਹੜਾ ਉਹਨਾਂ ਦਾ ਭਾਸ਼ਣ ਸੀ, ਤੇ ਜਦੋਂ ਉਹ ਕਾਂਗਰਸ ਦੀ ਸਰਕਾਰ ਦੇ ਵਿੱਚ ਆਏ ਤੇ ਉਸ ਸਮੇਂ ਦਾ ਉਹਨਾਂ ਦਾ ਭਾਸ਼ਣ ਸੀ, ਹੂਬਹੂ ਉਹਨਾਂ ਦੀਆਂ ਸੇਮ ਲਾਈਨਾਂ ਉਸ ਭਾਸ਼ਣ ਦੇ ਵਿੱਚ ਸਨ ਕਿ ਸੇਮ ਵਰਡਿੰਗ ਉਹਨਾਂ ਨੇ ਬੋਲੀ ਸੀ ਜਿਹੜੀ ਉਹ ਅਕਾਲੀਆਂ ਦੇ ਭਾਸ਼ਣ ਵਿੱਚ ਸੀ ਤੇ ਕਾਂਗਰਸ ਦੇ ਭਾਸ਼ਣ ਵਿੱਚ ਸੀ। ਤਾਂ ਇਹਨਾਂ ਗੱਲਾਂ ਤੋਂ ਵੀ ਲੱਗਦਾ ਕਿ ਇਹ ਜੋ ਭਾਸ਼ਣ ਹੈ ਵੀ ਬਸ ਲਿਖਤੀ ਰੂਪ ਹੀ ਹੁੰਦੇ ਹੈਗੇ, ਤੇ ਕਿਸ ਤਰੀਕੇ ਨਾਲ ਤੁਸੀਂ ਸਿਰਫ ਉਸ ਨੂੰ ਡਿਸਕ੍ਰਾਈਬ ਕਰ ਦਿੰਦੇ ਹੈਗੇ ਹੋ, ਕਿਉਂਕਿ ਜੋ ਜਨਤਾ ਹੈਗੀ ਹੈ ਉਹ ਤਾਂ ਇਹ ਨਹੀਂ ਜਾਣਦੀ ਕਿ ਤੁਸੀਂ ਪਹਿਲਾਂ ਕੀ ਬੋਲੇ ਸੀ, ਅੱਜ ਕੀ ਬੋਲ ਰਹੇ ਹੋ। ਸਿਰਫ ਤੁਹਾਡਾ ਪ੍ਰੈਜ਼ੈਂਟ ਰੁਖ ਹੀ ਦੇਖਦੀ ਹੈ ਕਿ ਤੁਸੀਂ ਕਿਸ ਵੱਲ ਖੜੇ ਹੋ। ਤਾਂ ਕਿਸਾਨਾਂ ਨੂੰ ਬਹੁਤ ਹੀ ਅਸੀਂ ਕਹਿ ਸਕਦੇ ਹਾਂ ਕਿ ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਫਸਾਇਆ ਜਾ ਰਿਹਾ, ਹਰ ਕੋਈ ਕੋਸ਼ਿਸ਼ ਕਰ ਰਿਹਾ ਕਿ ਕੌਣ ਉਹਨਾਂ ਦੇ ਹੱਥੇ ਚੜ੍ਹ ਜੇ। ਤਾਂ ਮੇਨ ਚੀਜ਼ ਇਹੀ ਜੀ। ਹਾਂਜੀ ਮੈਮ, ਇੱਥੇ ਮੈਂ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਕਿ ਆਪਾਂ ਵਾਰ-ਵਾਰ ਇਹ ਗੱਲ ਕਹਿ ਰਹੇ ਹਾਂ ਕਿ ਕਿਸਾਨ ਭੋਲੇ ਹਨ ਜਾਂ ਕਿਸਾਨ ਅਨਪੜ੍ਹ ਹਨ ਜਾਂ ਕਿਸਾਨਾਂ ਨੂੰ ਫਸਾਇਆ ਜਾ ਰਿਹਾ ਹੈ, ਪਰ ਇੱਥੇ ਪੂਰੀ ਗਲਤੀ ਪੋਲੀਟੀਕਲ ਪਾਰਟੀਆਂ ਦੀ, ਇਹਨਾਂ ਆਗੂਆਂ ਦੀ ਵੀ ਨਹੀਂ ਹੈ। ਬਹੁਤ ਜਿਹੜੀ ਆਪਾਂ ਕਹੀਏ ਕਿ ਬਹੁਤ ਹੱਦ ਤੱਕ ਗਲਤੀ ਆਮ ਕਿਸਾਨਾਂ ਦੀ ਵੀ ਹੈ। ਬਿਲਕੁਲ, ਕਿਉਂਕਿ ਫਸਾਇਆ ਸਿਰਫ ਉਸ ਨੂੰ ਜਾ ਸਕਦਾ ਹੈ ਜੋ ਫਸਲ ਲਈ ਤਿਆਰ ਹੋਵੇ। ਜੇ ਕਿਸਾਨ ਜਾਗਰੂਕ ਹੋਣਗੇ, ਜੇ ਕਿਸਾਨਾਂ ਵਿੱਚ ਏਕਾ ਹੋਵੇਗਾ, ਕੋਈ ਵੀ ਪਾਰਟੀ ਜਾਂ ਕੋਈ ਵੀ ਲੀਡਰ ਉਹਨਾਂ ਨੂੰ ਨਹੀਂ ਫਸਾ ਸਕੇਗਾ। ਜਿਵੇਂ ਆਪਾਂ ਜਾਣਦੇ ਹਾਂ ਕਿ ਪੁਰਾਣੀਆਂ ਜਦੋਂ ਵੀ ਵੋਟਾਂ ਆਉਂਦੀਆਂ ਹਨ, ਜਦੋਂ ਵੀ ਇਲੈਕਸ਼ਨਾਂ ਦਾ ਟਾਈਮ ਹੁੰਦਾ ਹੈ, ਇਹੀ ਕਿਸਾਨ ਜਾਂ ਫਿਰ ਇਹੀ ਮਜ਼ਦੂਰ ਨੇ ਜੋ ਇੱਕ ਬੋਤਲ ਪਿੱਛੇ ਵੋਟਾਂ ਵੇਚ ਦਿੰਦੇ ਹਨ ਜਾਂ ਥੋੜੇ ਜਿਹੇ ਪੈਸੇ ਲੈ ਕੇ ਆਪਣੇ ਸਾਰੇ ਪਰਿਵਾਰ ਦੀਆਂ ਵੋਟਾਂ ਵੇਚ ਦਿੰਦੇ ਹਨ। ਤਾਂ ਇਹ ਸਭ ਉਸੇ ਦਾ ਸਿੱਟਾ ਹੈ ਕਿ ਜੋ ਅੱਜ ਕਿਸਾਨੀ ਦੇ ਹਾਲਾਤ ਹਨ ਜਾਂ ਫਿਰ ਜੋ ਮਜ਼ਦੂਰਾਂ ਦੇ ਹਾਲਾਤ ਹਨ, ਇਹ ਸਭ ਉਸੇ ਚੀਜ਼ ਦਾ ਸਿੱਟਾ ਹੈ ਕਿ ਜਿੰਨਾ ਚਿਰ ਆਪਾਂ ਆਪ ਜਾਗਰੂਕ ਨਹੀਂ ਹੋਵਾਂਗੇ, ਜਿੰਨਾ ਚਿਰ ਪੰਜਾਬ ਦਾ ਕਿਸਾਨ ਆਪ ਆਪਣੇ ਹੱਕਾਂ ਲਈ ਮੂਹਰੇ ਆ ਕੇ ਨਹੀਂ ਲੜੇਗਾ। ਇਹ ਪਾਰਟੀਆਂ ਨੂੰ ਕੀ ਚਾਹੀਦਾ ਹੈ, ਜਿੰਨੀਆਂ ਰਾਜਨੀਤਿਕ ਪਾਰਟੀਆਂ ਨੇ, ਇਹਨਾਂ ਨੂੰ ਚਾਹੀਦਾ ਕਿ ਇਹ ਕਿਸਾਨਾਂ ਦੇ ਧਰਨੇ ਵਿੱਚ ਸ਼ਮੂਲੀਅਤ ਕਰਨ, ਨਾ ਕਿ ਆਪਣੇ ਅਲੱਗ ਧਰਨੇ ਲਾਉਣ। ਜਦੋਂ ਇਹ ਅਲੱਗ ਧਰਨੇ ਲਾਉਂਦੇ ਹਨ ਤਾਂ ਜਿਹੜੀ ਆਡੀਅנס ਹੈ, ਜਿਹੜਾ ਕਰਾਊਡ ਹੈ, ਉਹ ਵੰਡਿਆ ਜਾਂਦਾ ਹੈ। ਹੁਣ ਆਮ ਬੰਦਾ ਜੋ ਪਿੰਡ ਦੇ ਵਿੱਚ ਬੈਠਾ ਹੈ, ਜਿਸਨੇ ਧਰਨਿਆਂ ਵਿੱਚ ਸ਼ਮੂਲੀਅਤ ਕਰਨੀ ਹੈ, ਉਹ ਇਹ ਸੋਚਦਾ ਹੈ ਕਿ ਮੈਂ ਕਿਸਾਨਾਂ ਦੇ ਧਰਨੇ ਵਿੱਚ ਜਾਵਾਂ, ਕਿ ਗੀਤਕਾਰਾਂ ਦੇ ਧਰਨੇ ਵਿੱਚ ਜਾਵਾਂ ਜਾਂ ਫਿਰ ਕਿਸੇ ਪਾਰਟੀ ਦੇ ਧਰਨੇ ਵਿੱਚ ਜਾਵਾਂ। ਇਸ ਲਈ ਇਹਨਾਂ ਨੂੰ ਚਾਹੀਦਾ ਸੀ ਕਿ ਇਹ ਇਕੱਠੇ ਹੁੰਦੇ, ਕਿਸਾਨਾਂ ਦੇ ਮਗਰ ਲੱਗਦੇ, ਕਿਸਾਨਾਂ ਦੇ ਮਗਰ ਚੱਲਦੇ, ਦਿੱਲੀ ਵੱਲ ਨੂੰ ਕੂਚ ਕਰਦੇ। ਕੈਪਟਨ ਸਾਹਿਬ ਪੰਜਾਬ ਦੇ ਸੀਐਮ ਨੇ, ਉਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਸੀ ਦਿੱਲੀ ਕੂਚ ਕਰਨ ਤੋਂ। ਕੇਜਰੀਵਾਲ ਸਾਹਿਬ ਦਿੱਲੀ ਦੇ ਸੀਐਮ ਨੇ, ਉਹ ਆਗਿਆ ਦਿੰਦੇ, ਉਹ ਐਂਟਰੀ ਦੇ ਸਕਦੇ ਸਨ। ਆਮ ਆਦਮੀ ਪਾਰਟੀ ਦੇ ਆਗੂ ਵੀ ਪਿੱਛੇ ਲੱਗਦੇ। ਬਾਦਲ ਸਾਹਿਬ, ਜਿਵੇਂ ਇਹਨਾਂ ਨੇ ਅਸਤੀਫਾ ਦਿੱਤਾ, ਇੱਕ ਬਹੁਤ ਹੀ, ਇਹ ਵੀ ਇੱਕ ਸਿਆਸੀ ਦਾਅ ਪੇਚ ਖੇਡਿਆ ਇਹਨਾਂ ਨੇ ਕਿ ਮੌਕੇ ਤੇ ਵਰਤ ਕੇ ਅਸਤੀਫਾ ਦਿੱਤਾ ਹਰਸਿਮਰਤ ਕੌਰ ਬਾਦਲ ਨੇ। ਤੇ ਇਹ ਵੀ ਕੀ ਕਰ ਸਕਦੇ ਸਨ, ਇਹ ਪਾਵਰ ਵਿੱਚ ਸਨ, ਇਹ ਉੱਥੇ
ਪਾਰਲੀਮੈਂਟ ਦੇ ਵਿੱਚ ਬੈਠ ਕੇ ਵਿਰੋਧ ਕਰ ਸਕਦੇ ਸਨ, ਪਰ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਇੱਕ ਸੇਫ ਪਲੇ ਕੀਤਾ, ਇਹਨਾਂ ਨੇ ਉਹਨਾਂ ਨੂੰ ਨਾਤਾ ਤੋੜ ਲਿਆ, ਅਸਤੀਫਾ ਦਿੱਤਾ ਅਤੇ ਹੁਣ ਇਹ ਕੀ ਕਰ ਰਹੇ ਹਨ, ਪੰਜਾਬੀਆਂ ਤੇ ਜਾਂ ਕਿਸਾਨਾਂ ਤੇ ਇੱਕ ਅਹਿਸਾਨ ਕਰ ਰਹੇ ਹਨ ਕਿ ਅਸੀਂ ਤੁਹਾਡੇ ਲਈ ਕੁਰਸੀ ਛੱਡੀ। ਪਰ ਅੰਦਰੋਂ ਅੰਦਰੀ ਸਾਰਿਆਂ ਨੂੰ ਪਤਾ ਹੈ, ਕਿਸਾਨਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਹੈ, ਆਮ ਲੋਕਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਇਹਨਾਂ ਨੇ ਕੁਰਸੀ ਛੱਡੀ ਨਹੀਂ ਹੈ। ਇਹਨਾਂ ਨੇ 2022 ਦੀ ਕੁਰਸੀ ਪਾਉਣ ਲਈ ਇਹ ਕੁਰਸੀ ਪਾਸੇ ਕੀਤੀ ਹੈ। ਬਿਲਕੁਲ, ਜੇਕਰ ਗੱਲ ਕਰੀਏ ਤਾਂ ਇੱਕ ਇਨਸਾਨ ਦਾ ਸਭ ਤੋਂ ਵੱਡਾ ਜ਼ਿੰਦਗੀ ਦੇ ਵਿੱਚ ਇੱਕ ਰਿਸ਼ਤਾ ਜਿਹੜਾ ਹੁੰਦਾ ਉਹ ਕਿਸੇ ਹੋਰ ਇਨਸਾਨ ਤੇ ਵਿਸ਼ਵਾਸ ਹੁੰਦਾ ਹੈ। ਇੱਕ ਵਿਸ਼ਵਾਸ ਸਾਨੂੰ ਕਿਸੇ ਹੋਰ ਇਨਸਾਨ ਨਾਲ ਜੋੜਦਾ ਹੈ। ਪਰ ਜਿਵੇਂ ਅਸੀਂ ਗੱਲ ਕਰੀਏ ਕਿ ਇਸ ਦੇ ਵਿੱਚ ਜੋ ਵੀ ਲੀਡਰ ਹੈ, ਕਿਸਾਨਾਂ ਦੇ ਕੁਝ ਕੁ ਲੀਡਰ ਇੱਦਾਂ ਦੇ ਹੈਗੇ ਆ ਗੁਰਵਿੰਦਰ, ਕਿ ਸਾਨੂੰ ਨਜ਼ਰ ਆ ਰਿਹਾ ਜਾਂ ਕਈਆਂ ਦੇ ਬਿਆਨ ਪਿਛਲੇ ਦਿਨਾਂ ਦੇ ਵਿੱਚ ਜਦੋਂ ਅਸੀਂ ਦੇਖੇ ਤਾਂ ਇੱਕ ਸ਼ਰਮਨਾਕ ਉਹ ਗੱਲਾਂ ਸਾਡੇ ਸਾਹਮਣੇ ਆਈਆਂ ਕਿ ਕੁਝ ਕੁ ਲੋਕੀ ਵਿਕ ਗਏ ਹਨ। ਤਾਂ ਇੱਕ ਭਰੋਸਾ ਫੇਰ ਟੁੱਟਦਾ ਨਜ਼ਰ ਆ ਰਿਹਾ। ਹੁਣ ਦੇਖੋ, ਇੱਕ ਕਿਸਾਨ ਜਥੇਬੰਦੀਆਂ ਦੀ ਤੁਸੀਂ ਗੱਲ ਕੀਤੀ ਜਾਂ ਕਿਸਾਨਾਂ ਦੇ ਇਸ ਸੰਘਰਸ਼ ਦੀ ਜੋ ਗੱਲ ਕੀਤੀ, ਤੁਸੀਂ ਬਿਲਕੁਲ ਬਹੁਤ ਵਧੀਆ ਪੁਆਇੰਟ ਚੱਕਿਆ ਕਿ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਸੀ, ਕਿਉਂਕਿ ਇਹ ਜੋ ਸੰਘਰਸ਼ ਹੈਗਾ ਇਹ ਕਲਾਕਾਰਾਂ ਦਾ ਨਹੀਂ ਹੈਗਾ, ਇਹ ਰਾਜਨੀਤਿਕ ਪਾਰਟੀਆਂ ਦਾ ਨਹੀਂ ਹੈਗਾ, ਇਹ ਕਿਸਾਨਾਂ ਦਾ, ਇਹ ਪੰਜਾਬ ਦੀ ਜਨਤਾ ਦਾ। ਤਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਦੇ ਉੱਪਰ ਜਾ ਕੇ ਸੰਘਰਸ਼ ਕਰਨਾ ਚਾਹੀਦਾ ਸੀਗਾ। ਪਿੱਛੇ ਜੇ ਅਸੀਂ ਕੁਝ ਦਿਨ ਪਹਿਲਾਂ ਦੇਖਿਆ ਕਿ ਸਾਡੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਜੀ ਦਾ ਇੱਕ ਬਿਆਨ ਆਇਆ ਜੋ ਕਹਿ ਰਹੇ ਸੀ ਕਿ ਜੇਕਰ ਇਹ ਉਹਨਾਂ ਨੇ ਇਹ ਅੰਦੋਲਨ ਨਾ ਰੋਕਿਆ, ਜਾਂ ਜੇ ਅਸੀਂ ਕਰੀਏ ਕਿ ਜਿਸ ਤਰੀਕੇ ਨਾਲ ਉਹ ਕਹਿ ਰਹੇ ਸੀ ਕਿ ਰੇਲ ਰੋਕੋ ਅੰਦੋਲਨ ਇਹਨਾਂ ਨੇ ਚਲਾ ਰੱਖਿਆ, ਤਾਂ ਪੰਜਾਬ ਦੇ ਵਿੱਚ ਜਿਹੜੀ ਹੈਗੀ ਹੈ ਕੋਲੇ ਦੀ ਕਮੀ ਆ ਰਹੀ ਹੈਗੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਟੋਟਲ ਬਲੈਕਆਊਟ ਦਾ ਸਾਨੂੰ ਸਾਹਮਣਾ ਕਰਨਾ ਪਵੇ ਜਾਂ ਬਿਜਲੀ ਬੰਦ ਹੋ ਜਾਵੇਗੀ। ਤਾਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹਨਾਂ ਨੂੰ ਕਿਸਾਨਾਂ ਨੂੰ ਡਰਾਉਣ ਦੇ ਲਈ, ਜਾਂ ਉਹਨਾਂ ਨੂੰ ਲੱਗਦਾ ਕਿ ਇੱਕ ਕਿਸਾਨ ਦਾ ਦਿਲ, ਫੇਰ ਅਸੀਂ ਕਹਿ ਰਹੇ ਹਾਂ ਕਿ ਪਸੀਜ ਜਾਂਦਾ ਸਾਡਾ ਦਿਲ, ਅਸੀਂ ਸੋਚਦੇ ਹਾਂ ਕਿ ਸਾਡੇ ਕਰਕੇ ਦੂਜਿਆਂ ਨੂੰ ਕਿਉਂ ਨੁਕਸਾਨ ਹੋਵੇ। ਤਾਂ ਇਹੋ ਜਿਹੇ ਹੱਥਕੰਡੇ ਜਿਹੜੀ ਹੈਗੀ ਸਾਡੀ ਸਰਕਾਰ ਇਹ ਫੇਰ ਤੋਂ ਅਪਣਾ ਰਹੀ ਹੈਗੀ ਹੈ। ਤਾਂ ਜਿਹੜੇ ਇਹ ਸੰਘਰਸ਼ ਦੇ ਜੇਕਰ ਅਸੀਂ ਪ੍ਰੋਪਰ ਰੂਪ ਦੀ ਗੱਲ ਕਰੀਏ ਗੁਰਵਿੰਦਰ, ਸੰਘਰਸ਼ ਦਾ ਇੱਕ ਪ੍ਰੋਪਰ ਜਿਹੜਾ ਰੂਪ, ਇੱਕ ਤਰੀਕੇ ਨਾਲ ਤਾਂ ਤੁਸੀਂ ਕਿਹਾ ਵੀ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਸੀ, ਪਰ ਜੇਕਰ ਅਸੀਂ ਸਹੀ ਢੰਗ ਦੇ ਨਾਲ ਦੇਖੀਏ ਸੰਘਰਸ਼ ਸ਼ੁਰੂ ਹੋਇਆ ਬਹੁਤ ਹੀ ਵਧੀਆ ਤਰੀਕੇ ਨਾਲ ਹੋਇਆ, ਪਰ ਹੁਣ ਕਿਤੇ ਨਾ ਕਿਤੇ ਠੰਡੇ ਬੱਸੇ ਵਿੱਚ ਪੈਂਦਾ ਨਜ਼ਰ ਆ ਰਿਹਾ। ਤਾਂ ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦਾ ਸੰਘਰਸ਼ ਹੋਣਾ ਚਾਹੀਦਾ ਸੀ, ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਕਿਸਾਨਾਂ ਨੂੰ ਹੋਰ ਕੀ ਕਰਨਾ ਚਾਹੀਦਾ, ਜਾਂ ਕਿਸ ਤਰ੍ਹਾਂ ਦੀ ਇਕਜੁੱਟਤਾ ਦਾ ਸਬੂਤ ਸਾਨੂੰ ਦੇਣਾ ਪਵੇਗਾ? ਜੀ ਬਿਲਕੁਲ ਮਨਦੀਪ ਜੀ, ਤੁਸੀਂ ਬਹੁਤ ਵਧੀਆ ਕਿਹਾ ਕਿ ਇੱਕ ਹੁਣ ਜਿਹੜੀਆਂ ਆਪਾਂ ਗੱਲਾਂ ਕਰਦੇ ਹੁੰਦੇ ਹਾਂ ਕਿ ਕਿਸਾਨਾਂ ਨੂੰ ਭਰਮਾਉਣ ਲਈ ਵਾਧੂ ਦੀਆਂ ਟਿੱਪਣੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ। ਹੁਣ ਆਪਾਂ ਤਾਂ ਜਾ ਕੇ ਦੇਖਿਆ ਨਹੀਂ ਕਿ ਥਰਮਲਾਂ ਕੋਲ ਕਿੰਨਾ ਕੋਲਾ ਪਿਆ ਹੈ ਜੀ। ਇੱਕ ਕਿਸਾਨਾਂ ਨੂੰ ਡਰਾਉਣ ਲਈ, ਭਟਕਾਉਣ ਲਈ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਕੋਲਾ ਖਤਮ ਹੋ ਜਾਏਗਾ। ਜਿਵੇਂ ਆਪਾਂ ਜਾਣਦੇ ਹਾਂ ਕਿ ਹੁਣ ਝੋਨੇ ਨੂੰ ਆਖਰੀ ਪਾਣੀ ਲੱਗਣੇ ਹਨ। ਯੂਰੀਆ ਦੀ ਵੀ ਗੱਲ ਬਾਰ-ਬਾਰ ਹੋ ਰਹੀ ਹੈ ਵੀ ਯੂਰੀਆ ਖਤਮ ਹੋ ਗਈ ਹੈ, ਯੂਰੀਆ ਖਤਮ ਹੋ ਗਈ ਹੈ ਜੀ। ਕਿਸਾਨਾਂ ਨੂੰ ਪਾਣੀ ਨਹੀਂ ਲਾਣ ਦਿੱਤਾ ਜਾ ਰਿਹਾ, ਬਿਜਲੀ 2-2 ਘੰਟੇ ਹੀ ਮੁਹੱਈਆ ਕਰਵਾਈ ਜਾ ਰਹੀ ਹੈ ਜੀ। ਇਹਨਾਂ ਚੱਕਰਾਂ ਨਾਲੋਂ ਇਹ ਕਿਸਾਨਾਂ ਨੂੰ ਇਹਨਾਂ ਚੱਕਰਾਂ ਵਿੱਚ ਪਾਉਣਾ ਚਾਹੁੰਦੇ ਹਨ ਕਿ ਤੁਸੀਂ ਆਪਣੀ ਫਸਲ ਦਾ ਦੇਖੋ, ਤੁਸੀਂ ਇਹ ਧਰਨੇ ਛੱਡੋ, ਤੁਸੀਂ ਇਹ ਸੰਘਰਸ਼ ਛੱਡੋ। ਗੱਲ ਫਿਰ ਮੁੜ ਕੇ ਉੱਥੇ ਆ ਜਾਂਦੀ ਹੈ। ਆਪਾਂ ਪਿਛਲੇ 4-5 ਵਰਿਆਂ ਦੀ ਜਾਂ 4-5 ਸਾਲਾਂ ਦੀ ਗੱਲ ਕਰੀਏ, ਜਿੰਨੇ ਵੀ ਸੰਘਰਸ਼ ਪੰਜਾਬ ਵੱਲੋਂ ਲੜੇ ਗਏ ਹਨ, ਉਹਨਾਂ ਦੇ ਵਿੱਚ ਜਿਹੜੇ ਆਗੂ ਸੀ ਉਹ ਵਿਕੇ, ਜਿਹੜੇ ਆਗੂ ਸੀ ਉਹਨਾਂ ਨੂੰ ਖਰੀਦਿਆ ਗਿਆ, ਜਾਂ ਪਹਿਲਾਂ ਹੀ, ਮੈਂ ਇੱਥੇ ਗੱਲ ਕਰਦਾ ਕਿ ਪਹਿਲਾਂ ਹੀ ਇਹ ਸਰਕਾਰੀ ਪਾਰਟੀਆਂ ਹੁੰਦੀਆਂ ਹਨ, ਜੋ ਵੀ ਰਾਜਨੀਤਿਕ ਪਾਰਟੀਆਂ ਹੁੰਦੀਆਂ ਹਨ, ਇਹ ਕੁਝ ਇਸ ਤਰ੍ਹਾਂ ਦੇ ਬੰਦੇ ਵਿੱਚ ਪਾ ਦਿੰਦੇ ਹਨ ਜੋ ਲੀਡ ਕਰਦੀਆਂ ਹਨ, ਜੋ ਇਹਨਾਂ ਸੰਘਰਸ਼ਾਂ ਨੂੰ ਲੀਡ ਕਰਦੇ ਹਨ ਅਤੇ ਬਾਅਦ ਦੇ ਵਿੱਚ ਉਹ ਸਮਝੌਤੇ ਕਰ ਲੈਂਦੇ ਹਨ। ਹੁਣ ਕਿਸਾਨਾਂ ਨੂੰ ਇਹ ਲੱਗੇਗਾ ਕਿ ਹਾਂਜੀ ਸਾਡੇ ਹੱਕ ਲਈ ਇਹ ਬੰਦਾ ਬੋਲ ਰਿਹਾ ਹੈ, ਸਾਡੇ ਲਈ ਖੜਾ ਹੈ, ਉਹ ਉਹਨਾਂ ਨੂੰ ਆਗੂ ਬਣਾ ਦਿੰਦੇ ਹਨ। ਜਿਵੇਂ ਆਪਾਂ ਪਿਛਲੇ ਦਿਨ ਹੀ ਦੇਖਿਆ ਕਿ ਲੱਖੋਵਾਲ ਸਾਹਿਬ, ਜੋ ਕਿ ਬਹੁਤ ਲੰਬੇ ਸਮੇਂ ਤੋਂ ਕਿਸਾਨ ਯੂਨੀਅਨ ਨਾਲ ਜੁੜੇ ਹੋਏ ਸਨ, ਅਤੇ ਉਹਨਾਂ ਦਾ ਇਸ ਸਭ ਵਿੱਚ ਸਾਹਮਣੇ ਆਉਣਾ, ਉਹਨਾਂ ਦਾ ਮਿਲੀ ਭੁਗਤ ਹੋਣਾ ਬਾਦਲਾਂ ਨਾਲ, ਅਕਾਲੀਆਂ ਨਾਲ ਜਾਂ ਸਰਕਾਰਾਂ ਨਾਲ, ਇਹ ਸਾਹਮਣੇ ਇਹ ਲੈ ਕੇ ਆਉਂਦਾ ਹੈ ਕਿ ਕਿੰਨੀ ਗਦਾਰੀ ਆਪਣੇ ਖੂਨ ਵਿੱਚ ਭਰੀ ਜਾ ਚੁੱਕੀ ਹੈ। ਕਿਸ ਤਰ੍ਹਾਂ ਆਪਾਂ ਚੰਦ ਪੈਸਿਆਂ ਲਈ ਜਾਂ ਚੰਦ ਕੁਰਸੀਆਂ ਦੇ ਲਾਲਚ ਲਈ ਆਪਾਂ ਆਪਣੀ ਕੌਮ ਨਾਲ, ਆਪਣੇ ਲੋਕਾਂ ਨਾਲ, ਆਪਣੀ ਆਵਾਮ ਨਾਲ ਕਿੰਨਾ ਵੱਡਾ ਧੋਖਾ ਕਰ ਜਾਂਦੇ ਹਾਂ ਜੀ। ਜਿਵੇਂ ਹੁਣ ਤੁਸੀਂ ਗੱਲ ਕੀਤੀ ਕਿ ਅੱਗੇ ਇਹ ਸੰਘਰਸ਼ ਕਿਹੋ ਜਿਹਾ ਹੋਣਾ ਚਾਹੀਦਾ ਹੈ, ਕੱਲ ਦੇ ਨਿਊਜ਼ਪੇਪਰ ਵਿੱਚ ਹੀ ਇੱਕ ਖਬਰ ਸੀਗੀ ਕਿ 29 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਕੇਂਦਰ ਸਰਕਾਰ ਨੇ ਬੁਲਾਇਆ ਹੈ ਤਾਂ ਕਿ ਜੋ ਖੇਤੀ ਮੰਤਰੀ ਨਾਲ ਗੱਲਬਾਤ ਕਰ ਸਕਣ ਅਤੇ ਕਿਸੇ ਨਤੀਜੇ ਉੱਤੇ ਪਹੁੰਚ ਸਕਣ। ਪਰ ਮੈਨੂੰ ਫੇਰ ਲੱਗਦਾ ਹੈ ਕਿ ਜੋ ਇਹ ਆਗੂ ਜਾਣਗੇ, ਇਹਨਾਂ ਦਾ ਕੀ ਕ੍ਰੈਡੀਬਿਲਿਟੀ ਹੈ, ਕੀ ਜਸਟੀਫਿਕੇਸ਼ਨ ਹੈ, ਆਪਾਂ ਨੂੰ ਕਿਸੇ ਨੂੰ ਨਹੀਂ ਪਤਾ। ਬੰਦ ਕਮਰੇ ਦੇ ਵਿੱਚ ਕੀ ਮੀਟਿੰਗ ਹੋਏਗੀ ਕੋਈ ਨਹੀਂ ਜਾਣਦਾ, ਕੀ ਸਮਝੌਤੇ ਹੋਣਗੇ, ਕੀ ਕੁਝ ਇਹਨਾਂ ਨੂੰ ਆਫਰ ਕੀਤਾ ਜਾਏਗਾ, ਕੀ ਕੁਝ ਕਿਹਾ ਜਾਏਗਾ, ਕੋਈ ਨਹੀਂ ਜਾਣਦਾ। ਦੀਪ ਸਿੱਧੂ ਜੋ ਐਕਟਰ ਨੇ, ਉਹਨਾਂ ਨੇ ਕਾਫੀ ਵਧੀਆ ਮੁੱਦਾ ਚੱਕਿਆ ਸੀ ਕਿ ਜੋ ਵੀ ਫੈਸਲਾ ਹੋਵੇ ਬਿਲਕੁਲ ਸੰਗਤ ਦੇ ਵਿੱਚ ਬੈਠ ਕੇ ਹੋਵੇ, ਸੰਗਤ ਨੂੰ ਮੁੱਖ ਰੱਖ ਕੇ ਹੋਵੇ, ਕਿਉਂਕਿ ਜੇ ਇਸ ਤਰ੍ਹਾਂ ਹੁੰਦਾ ਹੈ ਤਾਂ ਜੋ ਧੋਖੇਬਾਜ਼ੀ ਹੋਏਗੀ, ਜੋ ਧੋਖਾਧੜੀ ਪੰਜਾਬ ਦੇ ਲੋਕਾਂ ਨਾਲ ਹੁੰਦੀ ਆਈ ਹੈ, ਉਸ ਨੂੰ ਰੋਕਥਾਮ ਲਗਾਈ ਜਾ ਸਕਦੀ ਹੈ। ਪਰ ਫਿਰ ਆਪਾਂ ਦੇਖ ਰਹੇ ਹਾਂ ਕਿ ਕਿਸਾਨਾਂ ਨੂੰ ਬੁਲਾਇਆ ਜਾ ਰਿਹਾ ਹੈ, ਬੰਦ ਕਮਰਿਆਂ ਦੇ ਵਿੱਚ ਮੀਟਿੰਗ ਹੋ ਰਹੀ ਹੈ। ਹੋ ਸਕਦਾ ਹੈ ਉਹਨਾਂ ਨੂੰ ਕੋਈ ਮਹਿਕਮੇ ਵੰਡ ਦਿੱਤੇ ਜਾਣ,
ਹੋ ਸਕਦਾ ਉਹਨਾਂ ਨੂੰ ਕਿਤੇ ਹੋਟਲ ਬਣ ਦਿੱਤੇ ਜਾਣ, ਕੋਈ ਜ਼ਮੀਨਾਂ ਦੇ ਦਿੱਤੀਆਂ ਜਾਣ ਅਤੇ ਇਸ ਯਾਨੀ ਕਿ ਅੰਦਰਲੇ ਠੰਡੇ ਖਾਤੇ ਵਾਸਤੇ ਕੀ ਹੋ ਜਾਏਗਾ। ਰਿਹਾ ਹੈ, ਅੰਦਰਲੇ ਖਾਤੇ ਆਉਣ ਵਾਲੇ ਸਮੇਂ 'ਚ ਕੀ ਹੋਣ ਵਾਲਾ ਹੈ, ਕਿਸਾਨ ਜਥੇਬੰਦੀਆਂ ਨੂੰ ਬੁਲਾਇਆ ਜਾ ਰਿਹਾ, ਕਿਸਾਨ ਲੀਡਰ ਉੱਥੇ ਜਾਣਗੇ, ਕਿੱਦਾਂ ਦੀ ਗੱਲਬਾਤ ਉੱਥੇ ਹੁੰਦੀ ਹੈ ਕਿਸੇ ਨੂੰ ਕੁਝ ਨਹੀਂ ਪਤਾ। ਪਰ ਉਹ ਲੋਕੀ ਜਿਹੜੇ ਸੜਕਾਂ ਦੇ ਉੱਪਰ ਬੈਠੇ ਆ, ਜਾਂ ਸਕੇ ਕਿ ਉਹ ਕਿਸਾਨ ਜਿਹੜੇ ਇੰਨੇ ਲੰਮੇ ਸਮੇਂ ਤੋਂ ਸਾਡੀਆਂ ਬੀਬੀਆਂ ਆਪਣਾ ਘਰ-ਬਾਰ ਛੱਡ ਕੇ ਸੜਕਾਂ ਦੇ ਉੱਪਰ ਬੈਠੀਆਂ ਹੈਗੀਆਂ, ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ, ਕਿਉਂਕਿ ਕਿਸਾਨੀ ਦੇ ਵਿੱਚ ਦੇਖੋ ਸਾਰੇ ਪਰਿਵਾਰ ਦਾ ਹੱਥ ਹੁੰਦਾ ਹੈ, ਤਾਂ ਇੱਕ ਕਿਸਾਨ ਦੇ ਸਾਰੇ ਪਰਿਵਾਰ ਅਸੀਂ ਕਹੀਏ ਕਿ ਉੱਥੇ ਬੈਠੇ ਉਹਨਾਂ ਦੇ ਨਾਲ ਲੱਗੇ ਹੋਏ ਨੇ। ਪਰ ਕੁਝ ਕੁ ਕਿਸਾਨ ਆਗੂਆਂ ਨੂੰ ਬੁਲਾ ਕੇ ਜਾਂ ਅਸੀਂ ਕਹੀਏ ਵੀ ਜਿਸ ਤਰੀਕੇ ਨਾਲ ਗੁਰਵਿੰਦਰ ਜੀ ਨੇ ਕਿਹਾ ਕਿ ਉੱਥੇ ਜਾ ਕੇ ਕੀ ਫੈਸਲਾ ਹੁੰਦਾ, ਇਹ ਅਸੀਂ ਇਸ ਗੱਲ ਤੋਂ ਬਿਲਕੁਲ ਹੀ ਅਣਜਾਣ ਆ। ਇਹ ਬਿਲਕੁਲ ਸਹੀ ਹੈ ਕਿ ਜਦੋਂ ਸੰਘਰਸ਼ ਰੋਡ ਦੇ ਉੱਪਰ ਹੋ ਰਿਹਾ ਹੈਗਾ ਤਾਂ ਫੈਸਲਾ ਵੀ ਉੱਥੇ ਹੀ ਹੋਣਾ ਚਾਹੀਦਾ ਹੈ ਕਿ ਕਿੱਦਾਂ ਦਾ ਸੁਝਾਅ ਜਿਹੜਾ ਹੈਗਾ ਸਰਕਾਰ ਉਹਨਾਂ ਲਈ ਲੈ ਕੇ ਆਈ ਹੈ। ਤੇ ਇਹ ਸਭ ਤੋਂ ਵੱਡੀ ਗੱਲ ਜਿਹੜੀ ਬਾਰ-ਬਾਰ ਨਜ਼ਰ ਆ ਰਹੀ ਹੈ ਕਿ ਅਗਰ ਕਿਸਾਨਾਂ ਦਾ ਮੇਨ ਮੁੱਦਾ ਕੀ ਹੈ, ਉਹਨਾਂ ਦਾ ਮੇਨ ਮੁੱਦਾ ਹੈ ਕਿ ਇਹ ਬਿੱਲ ਕੈਂਸਲ ਹੋਣੇ ਹੀ ਚਾਹੀਦੇ ਨੇ, ਤਾਂ ਸਭ ਤੋਂ ਪਹਿਲੀ ਗੱਲ ਇਹੀ ਹੈਗੀ ਕਿ ਇੱਕ ਕੇਂਦਰ ਸਰਕਾਰ ਨੂੰ ਇੱਕ ਇਹੋ ਜਿਹਾ ਕੋਈ ਨਾ ਕੋਈ ਫਰਮਾਨ ਜਿਹੜਾ ਕਿਸਾਨਾਂ ਦੇ ਹੱਕ ਵਿੱਚ ਜ਼ਰੂਰ ਦੇਣਾ ਚਾਹੀਦਾ ਹੈ ਕਿ ਵਾਕਈ ਉਹ ਇਹਨਾਂ ਨੂੰ ਕੈਂਸਲ ਕਰਨ ਜਾ ਰਹੀ ਹੈ ਜਾਂ ਨਹੀਂ ਜਾ ਰਹੀ। ਗੱਲਬਾਤ ਦਾ ਸਿਲਸਿਲਾ ਤਾਂ ਹੁਣ ਬਾਅਦ 'ਚ ਰਹੇਗਾ, ਕਿਉਂਕਿ ਅਗਰ ਗੱਲਬਾਤ ਹੀ ਕਰਨੀ ਸੀ ਗੁਰਵਿੰਦਰ, ਤਾਂ ਗੱਲਬਾਤ ਦਾ ਮੁੱਦਾ ਜਿਹੜਾ ਹੈ ਉਹ ਪਹਿਲਾਂ ਵੀ ਹੋ ਸਕਦਾ ਸੀ। ਕਿਸਾਨਾਂ ਨੂੰ ਗੱਲਬਾਤ ਕਰਨ ਦੇ ਲਈ ਪਹਿਲਾਂ ਬੁਲਾਉਣਾ ਚਾਹੀਦਾ ਸੀ ਜਦੋਂ ਇਹ ਬਿੱਲ ਉਹਨਾਂ ਨੇ ਲੋਕ ਸਭਾ ਦੇ ਵਿੱਚ ਪੇਸ਼ ਕੀਤੇ ਸੀ। ਹਾਂ, ਤੇ ਜੇਕਰ ਅਸੀਂ ਗੱਲ ਕਰੀਏ ਵੀ ਜਦੋਂ ਰਾਜ ਸਭਾ ਦੇ ਵਿੱਚ ਇਹ ਕਾਨੂੰਨ ਬਣਿਆ ਤਾਂ ਉੱਥੇ ਵੀ ਇੱਕ ਪਾਰਸ਼ਲਟੀ ਸਾਨੂੰ ਨਜ਼ਰ ਆਈ, ਕਿਉਂਕਿ ਕੋਈ ਵੀ ਉਹਦਾ ਲਾਈਵ ਟੈਲੀਕਾਸਟ ਨਹੀਂ ਕੀਤਾ ਗਿਆ। ਜਦੋਂ ਮਾਨਯੋਗ ਰਾਸ਼ਟਰਪਤੀ ਜੀ ਨੇ ਉਹਨਾਂ ਆਰਡੀਨੈਂਸਾਂ ਦੇ ਉੱਪਰ ਜਿਹੜੇ ਸਿਗਨੇਚਰ ਕੀਤੇ ਤਾਂ ਉਸ ਸਮੇਂ ਦੇ ਉੱਪਰ ਵੀ ਕਿਸੇ ਤਰ੍ਹਾਂ ਦਾ ਕੋਈ ਲਾਈਵ ਟੈਲੀਕਾਸਟ ਕਿਸੇ ਵੀ ਚੈਨਲ ਨੇ ਨਹੀਂ ਦਿਖਾਇਆ ਕਿ ਵਾਕਈ ਉਹ ਜਿਹੜਾ ਸੀਗਾ ਉਹਦੇ ਵਿੱਚ ਕੋਈ ਹਿਡਨ ਭਾਵਨਾਵਾਂ ਜਿਹੜੀਆਂ ਸੀਗੀਆਂ ਸਰਕਾਰ ਦੀਆਂ ਨਹੀਂ ਸੀਗੀਆਂ। ਬਿਲਕੁਲ ਜੀ, ਤੁਸੀਂ ਰਾਸ਼ਟਰਪਤੀ ਦੀ ਗੱਲ ਕੀਤੀ, ਇੱਥੇ ਇੱਕ ਹੋਰ ਜ਼ਿਕਰਯੋਗ ਗੱਲ ਹੈ ਕਿ ਰਾਸ਼ਟਰਪਤੀ ਨੇ ਜਦੋਂ ਇਹ ਸਿਗਨੇਚਰ ਕੀਤੇ ਉਹ ਇੱਕ ਰਵੀਵਾਰ ਐਤਵਾਰ ਦਾ ਦਿਨ ਸੀ, ਜੋ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਨਾਨ ਵਰਕਿੰਗ ਡੇ ਹੈ। ਤਾਂ ਜਿਵੇਂ ਸਿਆਣੇ ਗੱਲ ਕਰਦੇ ਹੁੰਦੇ ਹਨ ਕਿ ਜੇ ਆਪਾਂ ਕੋਈ ਚੀਜ਼ ਲੁਕੋ ਕੇ ਕੋਈ ਕੰਮ ਕਰ ਰਹੇ ਹਾਂ ਤਾਂ ਅੰਦਰੋਂ ਅੰਦਰ ਹੀ ਆਪਾਂ ਨੂੰ ਪਤਾ ਹੈ ਕਿ ਉਹ ਕੰਮ ਗਲਤ ਹੈ। ਤਾਂ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ ਇਹ ਪਤਾ ਸੀ ਕਿ ਇਹ ਜੋ ਕਾਨੂੰਨ ਜੋ ਇਹ ਆਰਡੀਨੈਂਸਾਂ ਦੇ ਬਿੱਲ ਲੈ ਕੇ ਆਈ ਹੈ ਇਹ ਗਲਤ ਹਨ। ਇਸੇ ਲਈ ਇਹਨਾਂ ਨੇ ਜੋ ਪਾਰਦਰਸ਼ਤਾ ਨਾਲ ਹੋਰ ਕਾਨੂੰਨ ਪਾਸ ਹੁੰਦੇ ਹਨ ਉਹ ਪਾਰਦਰਸ਼ਤਾ ਕਿਸਾਨ ਆਰਡੀਨੈਂਸਾਂ ਦੇ ਮਾਮਲੇ ਵਿੱਚ ਨਹੀਂ ਦਿਖਾਈ, ਅਤੇ ਰਾਸ਼ਟਰਪਤੀ ਨੇ ਵੀ ਐਤਵਾਰ ਦੇ ਦਿਨ ਇਹਨਾਂ ਤੇ ਸਿਗਨੇਚਰ ਕਰਕੇ ਇਹਨਾਂ ਨੂੰ ਕਾਨੂੰਨ ਬਣਾ ਦਿੱਤਾ ਹੈ ਜੀ। ਤਾਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਸੀਗੀਆਂ ਇਸ ਵਿੱਚ ਸਾਨੂੰ ਨਜ਼ਰ ਆਈਆਂ। ਕਿਸਾਨਾਂ ਦਾ ਇਹ ਜੋ ਸੰਘਰਸ਼ ਹੈਗਾ ਉਹ ਵੱਧਦਾ ਹੀ ਨਜ਼ਰ ਆ ਰਿਹਾ ਹੈ, ਪਰ ਹੁਣ ਇਹ ਥੋੜਾ ਸਾਨੂੰ ਠੰਡਾ ਵੀ ਨਜ਼ਰ ਆ ਰਿਹਾ ਹੈਗਾ, ਕਿਉਂਕਿ ਉਹਨਾਂ ਦਾ ਧਿਆਨ ਜਿਹੜਾ ਹਰ ਰੋਜ਼ ਭੜਕਾਇਆ ਜਾ ਰਿਹਾ ਕਿਤੇ ਕਿਸੇ ਤਰੀਕੇ ਦੇ ਨਾਲ। ਜਿਸ ਤਰੀਕੇ ਨਾਲ ਅਸੀਂ ਪਹਿਲਾਂ ਗੱਲ ਕੀਤੀ ਕਿ ਪਾਵਨ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆ ਰਿਹਾ ਹੈ, ਕਿਉਂਕਿ ਅਸੀਂ ਜਿਹੜੇ ਗੁਰੂ ਦੇ ਨਾਲ ਜੁੜੇ ਹੋਏ ਹੈਗੇ ਆ, ਤੇ ਜਦੋਂ ਸਾਡੇ ਗੁਰੂ ਤੇ ਕੋਈ ਐਦਾਂ ਦੀ ਉਸੇ ਨਾਲ ਸੰਬੰਧਿਤ ਕੋਈ ਵੀ ਘਟਨਾ ਆਉਂਦੀ ਹੈ ਤਾਂ ਫਿਰ ਇੱਕ ਵਾਰੀ ਸਾਡਾ ਜਿਹੜਾ ਅੰਦਰਲੀਆਂ ਸਾਡੀਆਂ ਭਾਵਨਾਵਾਂ ਹੈਗੀਆਂ ਉਹ ਅਸੀਂ ਉਹਨਾਂ ਦੇ ਵਿੱਚ ਬਹਿ ਕੇ ਸਾਡਾ ਧਿਆਨ ਉੱਧਰ ਨੂੰ ਚਲਾ ਜਾਂਦਾ ਹੈ। ਦੂਸਰੇ ਪਾਸੇ ਜਿਹੜੀਆਂ ਹੈਗੀਆਂ ਕਿ ਇਹ ਸਿਆਸੀ ਲੀਡਰ ਜੋ ਹੈਗੇ ਆ ਬਾਰ-ਬਾਰ ਜਿੱਦਾਂ ਦੇ ਹਮਲਿਆਂ ਦੀ ਅਸੀਂ ਗੱਲ ਕੀਤੀ ਹੈ ਕਿ ਪਿਛਲੇ ਦਿਨੀ ਵੀ ਇੱਕ ਹਮਲਾ ਜਿਹੜਾ ਹੈਗਾ ਉਹ ਸਾਨੂੰ ਸਾਹਮਣੇ ਆਇਆ ਹੈਗਾ। ਹੁਣ ਇਹਨਾਂ ਸਾਰੀਆਂ ਚੀਜ਼ਾਂ ਦਾ ਕੀ ਰੁਖ ਹੋਏਗਾ, ਕੀ ਮੋੜ ਹੋਏਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਸਭ ਤੋਂ ਵੱਡੀ ਗੱਲ ਇਹੀ ਹੈ ਕਿ ਸਾਨੂੰ ਜਾਗਰੂਕ ਹੋਣਾ ਹੀ ਪਏਗਾ। ਸਾਡੇ ਕਿਸਾਨਾਂ ਇਸ ਸਮੇਂ ਦੇ ਉੱਪਰ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਕਿਸੇ ਤੇ ਭਰੋਸਾ ਨਹੀਂ ਕਰ ਸਕਦੇ ਗੁਰਵਿੰਦਰ। ਸਭ ਤੋਂ ਵੱਡੀ ਗੱਲ ਹੈਗੀ ਤੁਸੀਂ ਆਪਣੇ ਭਰੋਸੇ ਨਾਲ ਖੁਦ ਹੀ ਚੱਲਣਾ ਹੈਗਾ, ਤੇ ਜੇਕਰ ਤੁਸੀਂ ਖੇਤਾਂ ਦੇ ਵਿੱਚ ਹਲ ਜਿਹੜਾ ਉਹ ਕੱਲਾ ਚਲਾ ਸਕਦੇ ਹੈਗੇ ਹੋ, ਵਾਹ ਸਕਦੇ ਹੋ ਜ਼ਮੀਨ ਨੂੰ, ਉਸੇ ਵਿੱਚੋਂ ਫਸਲ ਪੈਦਾ ਕਰ ਸਕਦੇ ਹੋ, ਤੇ ਤੁਸੀਂ ਪੂਰੇ ਭਾਰਤ ਦੇ ਅੰਨਦਾਤਾ ਬਣ ਸਕਦੇ ਹੋ, ਤਾਂ ਇਹ ਸੰਘਰਸ਼ ਵੀ ਤੁਹਾਨੂੰ ਕਿਸੇ ਲੀਡਰ ਦੇ ਨਾਲ ਜਿੱਤਣ ਦੀ ਕੋਈ ਜ਼ਰੂਰਤ ਨਹੀਂ ਹੈ। ਤੁਹਾਡੇ ਵਿੱਚ ਖੁਦ ਵਿੱਚ ਇੰਨਾ ਹੌਸਲਾ ਹੈਗਾ ਕਿ ਤੁਸੀਂ ਸਰਕਾਰ ਨੂੰ ਤੱਕ ਆਪਦੀ ਆਵਾਜ਼ ਜਿਹੜੀ ਹੈਗੀ ਸਹੀ ਤਰੀਕੇ ਨਾਲ ਪਹੁੰਚਾ ਸਕਦੇ ਹੈਗੇ ਹੋ। ਬਿਲਕੁਲ ਜੀ, ਇੱਥੇ ਇੱਕ ਹੋਰ ਗੱਲ ਬਹੁਤ ਹੀ ਧਿਆਨ ਦੇਣ ਯੋਗ ਹੈ ਕਿ ਜਿੰਨੇ ਵੀ ਕਿਸਾਨ ਹਨ, ਅੱਜ ਕੱਲ੍ਹ ਆਪਾਂ ਨੂੰ ਪਤਾ ਹੈ ਕਿ ਟੈਕਨੋਲੋਜੀ ਦਾ ਦੌਰ ਹੈ ਅਤੇ ਸਾਰੇ ਹੀ ਕਿਸਾਨ ਭਾਈ ਜਾਗਰੂਕ ਹੋ ਸਕਦੇ ਹਨ। ਉਹਨਾਂ ਨੂੰ ਕਿਸੇ ਵੀ ਆਗੂ ਪਿੱਛੇ ਲੱਗਣ ਤੋਂ ਪਹਿਲਾਂ ਆਪਣੀ ਥੋੜੀ ਜਿਹੀ ਰਿਸਰਚ ਜਾਂਚ ਪੜਤਾਲ ਕਰਨ ਦੀ ਲੋੜ ਹੈ, ਤਾਂ ਜੋ ਉਹ ਕਿਸੇ ਵੀ ਮੂਰਖ ਲੀਡਰ ਮਗਰ ਲੱਗ ਕੇ ਆਪਣਾ ਉੱਲੂ ਨਾ ਬਣਵਾਉਣ। ਜਿਵੇਂ ਆਪਾਂ ਜਾਣਦੇ ਹਾਂ ਕਿ ਵੱਖ-ਵੱਖ ਤਾਂ ਰਿਲਾਇੰਸ ਪੰਪਾਂ ਦੇ ਧਰਨੇ ਲਗਾਏ ਜਾ ਰਹੇ ਹਨ, ਰਿਲਾਇੰਸ ਦੇ ਮੌਲਾਂ ਅੱਗੇ ਧਰਨੇ ਲਗਾਏ ਜਾ ਰਹੇ ਹਨ। ਹੁਣ ਉੱਥੇ ਲੋਕ ਸ਼ਮੂਲੀਅਤ ਤਾਂ ਕਰ ਰਹੇ ਹਨ, ਪਰ ਉਹਨਾਂ ਨੂੰ ਅਸਲੀ ਮਕਸਦ ਹੀ ਨਹੀਂ ਪਤਾ। ਲੋਕ ਭਾਜਪਾ ਦੀ ਰੈਲੀ ਦੇ ਵਿੱਚ ਵੀ ਜੋ ਕਿਸਾਨ ਗਏ ਚੰਡੀਗੜ੍ਹ, ਉਹਨਾਂ ਵਿੱਚੋਂ ਜਦੋਂ ਕੁਝ ਪੱਤਰਕਾਰਾਂ ਨੇ ਇੰਟਰਵਿਊ ਕੀਤੀਆਂ ਤਾਂ ਸਾਹਮਣੇ ਆਇਆ ਕਿ ਉਹਨਾਂ ਦਾ ਖੇਤੀ ਨਾਲ ਸੰਬੰਧ ਹੀ ਕੋਈ ਨਹੀਂ। ਕੁਝ ਮੁਹੰਮਦ ਸਦੀਕ ਸਾਹਿਬ ਸੀਗੇ ਜਾਂ ਹੋਰ ਕੋਈ ਆਪਣੇ ਆਗੂ ਸੀਗੇ, MP ਸੀਗੇ, ਉਹਨਾਂ ਨੂੰ ਤਾਂ ਇਹ ਪਤਾ ਹੀ ਨਹੀਂ ਕਿ ਕਿਸਾਨ ਆਰਡੀਨੈਂਸ ਜਿਹੜੇ ਇਹ ਲੈ ਕੇ ਆਈ ਹੈ ਖੇਤੀ ਆਰਡੀਨੈਂਸ ਕੇਂਦਰ ਸਰਕਾਰ, ਇਹ ਅਸਲ ਵਿੱਚ ਹੈ ਕੀ ਨੇ। ਤਾਂ ਇੱਥੇ ਬਹੁਤ ਲੋੜ ਹੈ ਕਿਸਾਨਾਂ ਨੂੰ ਜਾਗਰੂਕ ਹੋਣ ਦੀ। ਕਿਸਾਨ ਇਹ ਆਪ ਪੜ੍ਹਨ ਪਹਿਲਾਂ ਤਾਂ ਕੀ ਹਨ ਆਰਡੀਨੈਂਸ, ਉਸ ਤੋਂ ਬਾਅਦ
ਆਗੂ ਉਹ ਚੂਜ਼ ਕਰਨ ਜਿਹੜਾ ਉਹਨਾਂ ਨੂੰ ਲੱਗਦਾ ਹੈ ਕਿ ਜਿਸ ਦੀ ਜ਼ਮੀਰ ਅੱਗੇ ਜਾ ਕੇ ਵਿਕੇਗੀ ਨਹੀਂ। ਜੇ ਉਹਨਾਂ ਨੂੰ ਕਿਸੇ ਵੀ ਲੀਡਰ ਤੇ ਭਰੋਸਾ ਨਹੀਂ ਤਾਂ ਕਿਸਾਨ ਆਗੂ ਨੂੰ ਚਾਹੀਦਾ ਕਿ ਉਹ ਆਪ ਅੱਗੇ ਆਣ, ਕਿਸਾਨ ਆਪ ਅੱਗੇ ਆਣ, ਇਸ ਨੂੰ ਲੀਡ ਕਰਨ, ਫੇਰ ਹੀ ਕਿਤੇ ਜਾ ਕੇ ਗੱਲ ਬਣੇਗੀ। ਨਹੀਂ ਤਾਂ ਆਪਾਂ ਨੂੰ ਪਤਾ ਹੈ ਕਿ ਹੁਣ ਝੋਨੇ ਦੇ ਵਢਾਈ ਦਾ ਸੀਜ਼ਨ ਸ਼ੁਰੂ ਹੋ ਜਾਣਾ ਹੈ, ਉਸ ਤੋਂ ਬਾਅਦ ਦੀਵਾਲੀ ਆ ਜਾਣੀ ਹੈ, ਜਿਹੜਾ ਇਹ ਸੰਘਰਸ਼ ਹੈ ਇਹ ਠੰਡੇ ਵਾਸਤੇ ਪੈ ਜਾਣਾ ਹੈ ਤੇ ਲੋਕਾਂ ਨੇ ਭੁੱਲ ਜਾਣਾ ਹੈ ਕਿ ਕੀ ਹੋਇਆ ਸੀ ਸਾਡੇ ਨਾਲ ਤੇ ਕੀ ਹੋਣਾ ਸੀ। ਬਿਲਕੁਲ, ਜਿਸ ਤਰੀਕੇ ਦੇ ਹਾਲਾਤ ਸਾਡੇ ਬਣੇ ਹੋਏ ਹੈਗੇ ਆ ਤਾਂ ਸਾਡੇ ਲਈ ਕੋਈ ਦੀਵਾਲੀ, ਕੋਈ ਦੁਸ਼ਹਿਰਾ ਇਸ ਸਮੇਂ ਦੇ ਉੱਪਰ ਮਾਇਨੇ ਨਹੀਂ ਰੱਖਦਾ, ਕਿਉਂਕਿ ਜੇਕਰ ਆਉਣ ਵਾਲਾ ਸਮਾਂ ਹੀ ਸਾਡੇ ਬੱਚਿਆਂ ਦੇ ਲਈ ਸਹੀ ਨਹੀਂ ਹੈਗਾ ਜਾਂ ਸਾਡੀ ਕਿਸਾਨੀ ਦੇ ਲਈ ਸਹੀ ਨਹੀਂ ਹੈਗਾ ਤਾਂ ਅਸੀਂ ਤਿਉਹਾਰ ਮਨਾ ਕੇ ਵੀ ਕੀ ਕਰਾਂਗੇ। ਤਾਂ ਸਾਨੂੰ ਜ਼ਰੂਰਤ ਹੈ ਕਿ ਇਸ ਸਮੇਂ ਦੇ ਉੱਪਰ ਜਿਹੜੀ ਵਿਪਤਾ ਸਾਡੇ ਸਾਰਿਆਂ ਦੇ ਉੱਪਰ ਪਈ ਹੈਗੀ ਹੈ ਤਾਂ ਕਿਸਾਨਾਂ ਨੂੰ ਜ਼ਰੂਰਤ ਹੈ ਕਿ ਉਹ ਇਸ ਚੀਜ਼ ਨੂੰ ਨਾ ਭੁੱਲਣ ਤੇ ਇਹਨਾਂ ਚੀਜ਼ਾਂ ਨੂੰ ਅੱਖੋਂ ਓਲੇ ਅਸੀਂ ਕਿਸੇ ਵੀ ਹੱਦ ਤੱਕ ਨਹੀਂ ਕਰ ਸਕਦੇ। ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕੇਂਦਰ ਸਰਕਾਰ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਫੈਸਲਾ ਕਰਦੀ ਹੈ ਜਾਂ ਨਹੀਂ। ਖੇਤੀ ਆਰਡੀਨੈਂਸ ਜਿਹੜੀ ਇਹ ਬਿੱਲ ਪਾਸ ਹੋਇਆ ਕਿ ਵਾਕਈ ਕੇਂਦਰ ਸਰਕਾਰ ਵਾਪਸ ਲੈਂਦੀ ਹੈ ਜਾਂ ਇਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਬਦਲਾਵ ਕਰਕੇ ਕਿਸਾਨਾਂ ਨੂੰ ਉਹ ਆਪਣੇ ਹੱਕ ਦੇ ਵਿੱਚ ਜਿਹੜੀ ਹੈਗੀ ਆ ਉਹਨਾਂ ਨੂੰ ਲੈਤਾ ਜਾਵੇਗਾ। ਇਸ ਦੇ ਨਾਲ ਹੀ ਮੈਨੂੰ ਮਨਦੀਪ ਮਸੌਣ ਨੂੰ ਅੱਜ ਦਾ ਪ੍ਰੋਗਰਾਮ ਹਾਲ ਬਿਆਨੀ ਖਤਮ ਕਰਨ ਦੀ ਦਿਓ ਆ ਗਿਆ। ਬਹੁਤ ਬਹੁਤ ਸ਼ੁਕਰੀਆ ਗੁਰਵਿੰਦਰ ਜੀ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਮਨਦੀਪ ਜੀ।